का खालसा वाहिगुरु जी की फतेह। अकाल पुरख सच्चे पातशाह जी ने कलयुग दे विच किरपा कीती। गुरु नानक देव सच्चे पातशाह जी नूं नाम दा बोहिथा बना के इस संसार दे विच भेजिया। प्रथम है नानक चंद जगत भयो आनंद, तारन मनुख जन कियो प्रगास। गुरु नानक देव सच्चे पातशाह जी नूं जो भगती दा खजाना दे के इस संसार दे विच भेजिया सीगा, ਉਹ ਸੰਸਾਰ ਦੇ ਵਿੱਚ ਜੋ ਪਹਿਲਾਂ ਤੋਂ ਭਗਤੀ ਚੱਲ ਰਹੀ ਸੀ ਉਸ ਤੋਂ ਉਹ ਖਜ਼ਾਨਾ ਭਿੰਨ ਸੀਗਾ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆ ਕੇ ਸੰਸਾਰ ਦੇ ਵਿੱਚ ਦੇਖਿਆ ਕਿ ਜੀਵ ਭਗਤੀ ਤਾਂ ਕਰ ਰਹੇ ਆ, ਪਰ ਜੋ ਪਾਰ ਬ੍ਰਹਮ ਦੀ ਭਗਤੀ ਹੈ ਉਹ ਨਹੀਂ ਕਰ ਰਹੇ, ਮਾਇਆ ਦੀ ਭਗਤੀ ਕਰ ਰਹੇ ਆ, ਆਕਾਰਾਂ ਦੀ ਭਗਤੀ ਕਰ ਰਹੇ ਆ, ਕਾਲ ਦੀ ਭਗਤੀ ਕਰ ਰਹੇ ਆ। ਕੋਈ ਬਿਰਖਾਂ ਨੂੰ ਪੂਜ ਰਿਹਾ ਸੀ, को पत्थरां नूं पूज रहा सी, को मड़ियां मसाणियां नूं पूज रहा सी, को भूतां प्रेतां दी पूजा कर रहा सी, कोई तीर्थां ते जाके इशनान करदा, पत्थरां नूं इशनान कराउंदा, वख-वख जुगतियां दे नाल पार ब्रह्म नूं पाउण दे लई यतन कीते जा रहे सी। और जिन्हां ने नाम जप करना ਉਹਨਾਂ ਨੂੰ ਭੇਤ ਨਹੀਂ ਸੀ ਵੀ ਨਾਮ ਜਪ ਕਰਨਾ ਕਿਵੇਂ ਹੈ। ਉਹ ਦੇਹੀ ਦੇ ਉੱਪਰ ਬਹੁਤ ਤਸ਼ੱਦਦ ਕਰਕੇ, ਦੇਹੀ ਨੂੰ ਬਹੁਤ ਕਸ਼ਟ ਦੇ ਕੇ ਨਾਮ ਜਪ ਕਰਦੇ। ਕੋਈ ਰੁੱਖਾਂ ਦੇ ਉੱਪਰ ਬੈਠ ਜਾਂਦਾ, ਕੋਈ ਉਲਟਾ ਲਮਕ ਕੇ ਕਰਦਾ, ਕੋਈ ਅਗਨ ਦੇ ਵਿੱਚ ਬੈਠ ਜਾਂਦਾ, ਧੂਣਾ ਬਾਲ ਲੈਂਦੇ, ਕੋਈ ਜਲ ਦੇ ਵਿੱਚ ਬੈਠ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਇਸ ਕੂੜ ਦੇ ਹਨੇਰੇ ਦੇ ਵਿੱਚ ਡੁੱਬੇ ਹੋਏ ਸੰਸਾਰ ਨੂੰ ਦੱਸਿਆ ਵੀ ਪੂਜਾ ਜਿਹੜੀ ਹੈ ਉਹ ਇਸ ਤਰ੍ਹਾਂ ਬਾਹਰੀ ਤੌਰ ਤੇ ਨਹੀਂ ਕੀਤੀ ਜਾ ਸਕਦੀ। ਜਿਹੜੀ ਨਾਮ ਦੀ ਪੂਜਾ ਹੈ, ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੂੰ ਪਾਉਣ ਦਾ ਰਸਤਾ ਹੈ, ਉਹ ਸਾਡੀ ਦੇਹੀ ਦੇ ਵਿੱਚੋਂ ਸ਼ੁਰੂ ਹੁੰਦਾ ਹੈ। महाराज जी दे वचन ने कहते अंतर पूजा थान मुरारा, ज्योति जोत मिलावन हारा। ये तुसी बाहर जोतां दीवे बाल के पत्थरां दी पूजा करके मड़ियां मसाणियां ते जाके आकारां नूं पूज रहे हो, ये अकाल पुरख दी पूजा नहीं। महाराज जी ने उन्हां नूं समझाया, साडे सारे संसार नूं समझाया, अकाल पुरख दे दो रूप है, एक आकार रूप है, एक निराकार रूप है। एक नूं सरगुण रूप कहा, एक नूं निर्गुण रूप कहा। असी बाणी विच पढ़दे हां सरगुण निर्गुण निरंकार, सुन समाधि आप, आपन किया नानका आपे ही फिर जाप। हुण जिहड़ा महाराज कहंदे आ सुन समाधि आप, इस अवस्था दे विच गुरु नानक दा घर लैके आया। ਆਪਾਂ ਵੀ ਦੇਖੀਏ ਅੱਜ ਕੱਲ੍ਹ ਜਿਹੜਾ ਹੈ ਜੋ ਆਪਾਂ ਪੂਜਾ ਕਰ ਰਹੇ ਹਾਂ, ਗੁਰਦੁਆਰਾ ਸਾਹਿਬ ਦੇ ਅਸਥਾਨਾਂ ਦੇ ਉੱਪਰ ਜਾਂਦੇ ਹੈ, ਤੀਰਥਾਂ ਦੇ ਉੱਪਰ ਜਾਂਦੇ ਹੈ, ਬਹੁਤੇ ਜੀਵ ਦਿਨ ਰਾਤ ਬਾਣੀ ਪੜ੍ਹ ਰਹੇ ਹੈ, ਮਾਲਾ ਫੇਰ ਰਹੇ ਹੈ। ਬਾਹਰੀ ਤੌਰ ਤੇ ਅਸੀਂ ਜਪ ਤਪ ਕਰ ਰਹੇ ਹਾਂ ਜਿਸ ਤਰ੍ਹਾਂ ਪੁਰਾਤਨ ਦੇ ਵਿੱਚ ਕਰਦੇ ਸੀ, ਪਰ ਜਿਹੜੀ ਸੁੰਨ ਸਮਾਧੀ ਆਪ ਦੀ ਅਵਸਥਾ ਹੈ ਉਹਦੇ ਵਿੱਚ ਨਹੀਂ ਅਸੀਂ ਜਾ ਪਾ ਰਹੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ ਕਿ ਜੋ ਅਕਾਲ ਪੁਰਖ ਹੈ, ਸਭ ਤੋਂ ਪਹਿਲਾਂ ਉਹਨਾਂ ਦਾ ਰੂਪ ਸਮਝੋ ਵੀ ਜਿਨ੍ਹਾਂ ਦੀ ਤੁਸੀਂ ਭਗਤੀ ਕਰਨੀ ਹੈ। ਆਪਾਂ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜਿਹੜਾ ਹੈ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਚਨ ਕਰ ਰਹੇ ਹਾਂ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੰਜਵੇਂ ਨਾਨਕ ਨੇ ਆਪਾਂ ਨੂੰ ਦੱਸਿਆ ਹੈ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਰੂਪ ਕਿਹੜਾ ਹੈ ਜਿਸ ਦੀ ਆਪਾਂ ਪੂਜਾ ਕਰਨੀ ਹੈ। ਮਹਾਰਾਜ ਕਹਿੰਦੇ रूप ना रेख ना रंग किछ, त्रह गुण ते प्रभ भिन्न, तिसह बुझावै नानका जिस होवै सुप्रसन्न। कहते उस अकाल पुरख का ना तो कोई रूप है भी आप कह दईए कि वह इस्त्री है, मर्द है, बच्चा है, बजुर्ग है। रूप ना रेख ना रंग किछ, आप कह दईए कि वह लंबे आ, उच्चे आ, चौरस है, गोल है। ਆਪਾਂ ਕਹਿ ਦਈਏ ਉਹ ਗੋਰੇ ਆ, ਕਾਲੇ ਆ, ਲਾਲ ਆ, ਚਿੱਟੇ ਆ, ਸਫੈਦ ਆ, ਨੀਲੇ ਆ, ਕਿਸ ਤਰ੍ਹਾਂ ਦੇ ਆ? ਨਹੀਂ,
रूप ना रेख ना रंग किश त्रह गुण ते प्रभ भिन्न। महाराज कहते जिहड़ा अकाल पुरख दा रूप है वो त्रै गुणा तो अतीत है। त्रै गुण किस नूं कहा? जिन्नी माया आ इन्हां नूं तीन गुणां दे विच वंड दिता। एक गुण है रजगुण, दूसरा गुण है तम गुण, तीसरा गुण है सतगुण। बाणी दे विच बचन आउंदा है रजगुण तम गुण सतगुण कहीए ये तेरी सब माया। ਹੁਣ ਗੁਰੂ ਨਾਨਕ ਦੇਵ ਦੇ ਘਰ ਨੇ ਆ ਕੇ ਸਾਨੂੰ ਬਚਨ ਕੀਤਾ ਵੀ ਜਿਹੜੀ ਤੁਸੀਂ ਇਹ ਪੂਜਾ ਕਰ ਰਹੇ ਆ, ਸਰੀਰ ਨੂੰ ਤਸੀਹੇ ਦੇ ਰਹੇ ਆ, ਗ੍ਰਸਤ ਨੂੰ ਛੱਡ ਕੇ ਜਤੀ ਸਤੀ ਦਾ ਜੀਵਨ ਧਾਰਨ ਕਰ ਰਹੇ ਆ, ਮੜੀਆਂ ਮਸਾਣੀਆਂ ਤੇ ਜਾ ਰਹੇ ਆ, ਜੋਤਾਂ ਚਿਰਾਗ ਦੀਵੇ ਬਾਲ ਰਹੇ ਆ, ਇਸ ਦੇ ਨਾਲ ਪ੍ਰਾਪਤੀ ਨਹੀਂ ਹੋਣੀ। ਇਹ ਇੱਕ ਬਹੁਤ ਵੱਡਾ ਘਾਟੇ ਦਾ ਜਿਹੜਾ ਵਪਾਰ ਹੈ। ਉਹ ਕਹਿੰਦੇ ਜਿਹੜਾ ਮਾਲਕ ਹੈ ਉਹ ਤਾਂ ਪ੍ਰਕਾਸ਼ ਰੂਪ ਹੈ, ਨਾ ਉਹ ਬਜ਼ੁਰਗ ਹੈ, ਨਾ ਉਹ ਪੱਥਰ ਹੈ, ਨਾ ਉਹ मर्द है, ना स्त्री के रूप में है, ना बच्चे के रूप में है। वो तो एक प्रकाश रूप है। और प्रकाश भी ऐसा चक्कर चिन्ह अर वर्ण जात अर पात न हंजे, रूप रंग अर रेख भेख कहू कह न सकत के, अचल मूरत अनभव प्रकाश अमितोज कही जाए। प्रकाश भी ऐसा है भी जिसका कोई रूप नहीं, रंग नहीं, भेख नहीं, ते वो थोड़ी देही दे विच है। ਤੇ ਤੁਸੀਂ ਆਪ ਦੀ ਦੇਹੀ ਨੂੰ ਖੋਜਣ ਦੀ ਬਜਾਏ ਤੁਸੀਂ ਬਾਹਰ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਇਹਨਾਂ ਆਕਾਰਾਂ ਦੀ ਪੂਜਾ ਕਰੀ ਜਾ ਰਹੇ ਆ। ਇਸ ਤਰ੍ਹਾਂ ਤਾਂ ਤੁਸੀਂ ਭਰਮ ਦੇ ਵਿੱਚ ਪੈ ਜਾਓਗੇ। ਹੁਣ ਜਦੋਂ ਆਕਾਰਾਂ ਦੀ ਪੂਜਾ ਆਪਾਂ ਕਰਦੇ ਆਂ, ਜਿਹੜੇ ਆਪ ਦੇ ਆਪ ਨੂੰ ਇਸਲਾਮ ਦੇ ਵਿੱਚ ਮੁਸਲਮਾਨ ਕਹਾਉਂਦੇ ਸੀ, ਉਹਨਾਂ ਨੇ ਵੀ ਪੱਥਰ ਦੀ ਪੂਜਾ ਕਰਨੀ। ਉਹ ਉਸ ਨੂੰ ਆਪ ਦਾ ਮੱਕਾ ਕਹਿ ਦਿੰਦੇ ਆ, ਜਾਂ ਉਸ ਨੂੰ ਗੁਰੂ ਪੀਰ ਦੀ ਕਬਰ ਕਹਿ ਦਿੰਦੇ ਆ। ਜੋ ਆਪ ਦੇ ਆਪ ਨੂੰ ਹਿੰਦੂ ਕਹਾਉਂਦਾ ਸੀ ਉਸ ਨੇ ਵੀ ਪੱਥਰ ਦੀ ਪੂਜਾ ਕਰਨੀ, ਜਾਂ ਕਿਸੇ ਉਹ ਮੂਰਤੀ ਦੀ ਪੂਜਾ ਕਰਦਾ, ਜਾਂ ਕਿਸੇ ਸ਼ਿਵਲਿੰਗ ਦੀ ਪੂਜਾ ਕਰਦਾ। ਕਰ ਦੋਨੋਂ ਪੱਥਰ ਦੀ ਪੂਜਾ ਰਹੇ ਹੈ, ਪਰ ਉਹ ਪੱਥਰ ਦੀ ਬਨਾਵਟ ਤੋਂ ਲੈ ਕੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਭੇਦ ਹੈ। ਹੁਣ ਗਿਆਨ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਉਹ ਵੀ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬਾਤ ਕਰ ਰਹੇ ਆ, ਪਰ ਉਹ ਫਾਰਸੀ ਦੇ ਵਿੱਚ ਕਰਦੇ ਆ, ਅਰਬੀ ਦੇ ਵਿੱਚ ਕਰਦੇ ਆ। ਜੋ ਹਿੰਦੂ ਸੀਗਾ ਉਹ ਸੰਸਕ੍ਰਿਤ ਦੇ ਵਿੱਚ ਕਰਦਾ, ਦੇਵਨਾਗਰੀ ਭਾਸ਼ਾ ਦੇ ਵਿੱਚ ਕਰਦਾ। ਬਚਨ ਅਕਾਲ ਪੁਰਖ ਦਾ ਹੁੰਦਾ, ਪਰ ਭਾਸ਼ਾ ਦੇ ਭੇਤ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਮਨਮਟਾਵ ਹੋ ਗਿਆ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਆਕਾਰ ਦੀ ਪੂਜਾ ਕਰੋਗੇ, ਤੁਹਾਨੂੰ ਪ੍ਰਕਾਸ਼ ਦਾ ਨਿਰਾਕਾਰ ਦਾ ਭੇਤ ਨਾ ਹੋਊਗਾ, ਨਾ ਤਾਂ ਤੁਹਾਡੇ ਧੜੇ ਖਤਮ ਹੋਣੇ ਆ, ਨਾ ਜਾਤ ਮਜਬ ਦਾ ਜਿਹੜਾ ਇਹ ਦੁਬਦਾ ਆ ਇਹ ਖਤਮ ਹੋਣੀ ਹੈ, ਤੇ ਨਾ ਸਾਡਾ ਆਪਸ ਦਾ ਜਿਹੜਾ ਕਲੇਸ਼ ਹੈ ਇਹ ਖਤਮ ਹੋਏਗਾ। ਇਹ ਜਾਤਾਂ ਪਾਤਾਂ ਮਜਬ ਉਨੀ ਦੇਰ ਤੱਕ ਬਣੇ ਰਹਿੰਦੇ ਆ ਜਿੰਨੀ ਦੇਰ ਤੱਕ ਨਿਰਾਕਾਰ ਪ੍ਰਕਾਸ਼ ਦਾ ਭੇਤ ਨਾ ਹੋਵੇ ਤੇ ਸਿਰਫ ਆਕਾਰਾਂ ਦੀ ਪੂਜਾ ਕੀਤੀ ਜਾਵੇ। ਉਹਦੇ ਵਿੱਚ ਫਿਰ ਅਸੀਂ ਵਡਿਆਉਣ ਲੱਗ ਜਾਂਦੇ ਆ ਵੀ ਸਾਡੀ ਭਾਸ਼ਾ ਉੱਤਮ ਹੈ, ਸਾਡਾ ਇਹ ਪੱਥਰ ਉੱਤਮ ਹੈ, ਸਾਡਾ ਆਕਾਰ ਉੱਤਮ ਹੈ। ਹਾਲਾਂਕਿ ਜੋ ਵਿੱਚ ਵਸਿਆ ਹੋਇਆ ਨੂਰ ਹੈ ਉਸ ਦਾ ਕਿਸੇ ਨੂੰ ਵੀ ਨਹੀਂ ਭੇਦ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਭ ਮੈਂ ਜੋਤ ਜੋਤ ਹੈ ਸੋਏ, ਗੁਰ ਸਾਖੀ ਜੋਤ ਪ੍ਰਗਟ। ਜਿਹੜੀ ਜੋਤ ਹੈ ਪੱਥਰ ਦੇ ਵਿੱਚ ਵੀ ਵਸਿਆ ਹੋਇਆ ਹੈ, ਬਿਰਖ ਦੇ ਵਿੱਚ ਵਸਿਆ ਹੋਇਆ ਹੈ, ਜਾਨਵਰਾਂ ਦੇ ਵਿੱਚ ਵਸਿਆ ਹੋਇਆ, ਹਿੰਦੂ ਮੁਸਲਮ ਈਸਾਈ ਜੈਨੀ ਬੋਧੀ ਸਭ ਦੇ ਵਿੱਚ ਵਸਿਆ ਹੋਇਆ। ਉਸ ਜੋਤ ਦੀ ਗੱਲ ਕਰੋ, ਉਸ ਜੋਤ ਦੀ ਪੂਜਾ ਕਰੋ। ਮਹਾਰਾਜ ਕਹਿੰਦੇ ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਉਹ ਤੁਹਾਡੇ ਵਿੱਚ ਨਿਰੰਤਰ ਜੋਤ ਚੱਲ ਰਹੀ ਹੈ। ਜਿਸ ਤਰ੍ਹਾਂ ਇੱਕ ਸ਼ੀਸ਼ਾ ਹੁੰਦਾ ਹੈ, ਦਰਪਣ ਹੁੰਦਾ ਹੈ, ਉਸ ਦਰਪਣ ਦੀ ਨਿਆਈ ਉਸ ਦਾ ਸਰੂਪ ਹੈ, ਬਿਲਕੁਲ ਸਾਫ਼ ਰੂਪ ਰੰਗ ਰੇਖ ਭੇਖ ਤੋਂ ਨਿਆਰਾ। ਤੇ ਮਹਾਰਾਜ ਕਹਿੰਦੇ ਤੁਹਾਡੇ ਸਰੀਰ ਦੇ ਵਿੱਚ ਮਸਤਕ ਦੇ ਉੱਪਰ ਆਸਣ ਲਾ ਕੇ ਬੈਠਾ ਹੋਇਆ ਹੈ। ਉਸ ਜੋਤ ਦੀ ਪਹਿਚਾਣ ਕਰੋ, ਉਸ ਨਿਰੰਕਾਰ ਦੇ ਦੇਸ਼ ਦੀ ਗੱਲ ਕਰੋ। ਇਹ ਸਭ ਜਿਹੜਾ ਹੈ ਮਾਇਆ ਦੀ ਪੂਜਾ ਹੈ। ਮਹਾਰਾਜ ਨੇ ਬਚਨ ਕੀਤਾ ਅਕਾਲ ਪੁਰਖ ਦੇ ਦੋ ਰੂਪ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆ। ਸਰਗੁਣ ਕਹਿ ਦਿੱਤਾ ਜਿੰਨਾ ਸੰਸਾਰ ਦੇ ਵਿੱਚ ਆਕਾਰ ਦਿਖਦਾ ਹੈ, ਚਾਹੇ ਕੋਈ ਪੱਥਰ ਹੈ, ਮੜੀ ਹੈ, ਮਸਾਣੀ ਹੈ, ਚਾਹੇ ਕੋਈ ਰੁੱਖ ਬਿਰਖ ਹੈ, ਚਾਹੇ ਮੰਦਰ ਮੱਠ ਹੈ, ਇਹ ਸਭ ਆਕਾਰ ਹੈ। ਔਰ ਜਿਹੜਾ ਨਿਰਗੁਣ ਹੈ, ਸਰਗੁਣ ਨੂੰ ਕਹਿ ਦਿੱਤਾ ਆਕਾਰ,
ਜਿਹੜਾ ਨਿਰਗੁਣ ਹੈ, ਨਿਰਗੁਣ ਦੇ ਵਿੱਚ ਲੈ ਆਉਂਦਾ ਪ੍ਰਕਾਸ਼। ਜਿੱਥੇ ਪ੍ਰਕਾਸ਼ ਹੈ, ਜਿੱਥੇ ਅਨਹਦ ਨਾਦ ਵੱਜ ਰਿਹਾ ਹੈ, ਜਿੱਥੇ ਪੰਜ ਸ਼ਬਦ ਅਨਹਦ ਨਾਦ ਰੂਪ ਦੇ ਵਿੱਚ ਵੱਜ ਰਹੇ ਹੈ, ਜਿੱਥੇ ਅੰਮ੍ਰਿਤ ਰਸ ਚੱਲ ਰਿਹਾ ਹੈ, ਜਿੱਥੇ ਮਹਾਰਾਜ ਜੀ ਬਾਣੀ ਦੇ ਵਿੱਚ ਕਹਿੰਦੇ ਆ, ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ, ਨਾ ਉਹ ਮਰੈ ਨ ਠਾਗੇ ਜਾਏ ਜਿਨਕੇ ਰਾਮ ਵਸੈ ਮਨ ਮਾਏ। ਉਹ ਉਸ ਅਵਸਥਾ ਦੀ ਗੱਲ ਕਰਦੇ। ਕਹਿੰਦੇ ਉਸ ਘਰ ਦੇ ਵਿੱਚ ਆਪਾਂ ਜਾ ਕੇ ਆਸਣ ਲਾਉਣਾ ਹੈ ਜਿੱਥੇ ਇਹ ਕੋਈ ਆਕਾਰ ਨਹੀਂ, ਜਿੱਥੇ ਵਿਚਾਰ ਨਹੀਂ, ਜਿੱਥੇ ਅਕਾਲ ਪੁਰਖ ਅਤੇ ਅਕਾਲ ਪੁਰਖ ਦੇ ਵਿੱਚ ਸਮਾਈਆਂ ਹੋਈਆਂ ਸੂਖਮ ਰੂਹਾਂ, ਉਹ ਅਭੇਦ ਹੋਏ ਹੋਏ ਮਨ ਜੋਤ ਸਰੂਪੀ ਸਤਿਗੁਰ ਵਿਰਾਜਮਾਨ ਨੇ, ਉਸ ਘਰ ਦੇ ਵਿੱਚ ਜਾ ਕੇ ਆਸਣ ਲਾਓ। ਹੁਣ ਜਦੋਂ ਮਹਾਰਾਜ ਐਸੇ ਬਚਨ ਕਰਦੇ, ਇਹ ਬਚਨ ਸੰਸਾਰ ਨੇ ਪਹਿਲੋਂ ਕਦੇ ਸੁਣੇ ਨਹੀਂ ਸੀ। ਉਹ ਤਾਂ ਕਰ ਰਹੇ ਸੀਗੇ ਆਕਾਰਾਂ ਦੀ ਪੂਜਾ, ਆਪ ਦੀ ਮਨਮਤ ਦੀ ਪੂਜਾ, ਫਿਰ ਦੂਸਰਾ ਇੱਕ ਦੂਸਰੇ ਦਾ ਵਿਰੋਧ ਕਰ ਰਹੇ ਸੀ। ਹਿੰਦੂ ਕਹਿ ਰਿਹਾ ਸੀ ਮੇਰਾ ਪੰਥ ਉੱਤਮ ਹੈ, ਮੁਸਲਮਾਨ ਕਹਿ ਰਿਹਾ ਸੀ ਮੇਰਾ ਪੰਥ ਉੱਤਮ ਹੈ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਕੇ ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਧਾਰਨ ਕਰਵਾਇਆ, ਜੀਵ ਇੱਕ ਵਾਰ ਤਾਂ ਬੇਸਮਝ ਹੋ ਗਿਆ। ਪਰ ਕਿਉਂਕਿ ਇਸ ਧਰਤ ਲੋਕ ਦੇ ਉੱਪਰ ਜੋ ਇਹ ਮਾਨਸ ਜਾਮੇ ਦੇ ਵਿੱਚ ਸਰੀਰ ਰੂਪੀ ਆਪਣੀਆਂ ਰੂਹਾਂ ਆਈਆਂ ਹੋਈਆਂ ਨੇ, ਇਹ ਵੱਖ-ਵੱਖ ਜੂਨਾਂ ਦੇ ਵਿੱਚੋਂ ਆਪਾਂ ਸਾਰੇ ਆਏ ਹੋਏ ਆ। ਕੋਈ ਪਤਾਲ ਲੋਕ ਦੀਆਂ ਜੂਨਾਂ ਦੇ ਵਿੱਚੋਂ ਭੋਗ ਭੋਗ ਕੇ ਮਾਨਸ ਜਾਮੇ 'ਚ ਆਇਆ, ਕੋਈ ਧਰਤ ਲੋਕ ਦੀਆਂ ਜੂਨਾਂ ਭੋਗ ਕੇ ਮਾਨਸ ਜਾਮੇ ਵਿੱਚ ਆਇਆ, ਕੋਈ ਆਕਾਸ਼ ਲੋਕ ਦੀਆਂ ਜੂਨਾਂ ਭੋਗ ਕੇ ਮਾਨਸ ਜਾਮੇ ਵਿੱਚ ਆਇਆ, ਕੋਈ ਦੇਵ ਲੋਕ ਦੇ ਵਿੱਚੋਂ ਸਿੱਧਾ ਮਾਨਸ ਜਾਮੇ 'ਚ ਆਇਆ। ਹੁਣ ਜਿਹੜੇ ਕੁਝ ਐਸੇ ਚੁਣਿੰਦੇ ਗੁਰਮੁਖ ਸੀ ਇਸ ਧਰਤੀ ਦੇ ਉੱਪਰ, ਕੁਝ ਐਸੀਆਂ ਰੂਹਾਂ ਉਸ ਵਕਤ ਜਿਹੜੀਆਂ ਸਿੱਧੀਆਂ ਦੇਵਲੋਕ ਦੇ ਵਿੱਚੋਂ ਇੱਥੇ ਨਾਮ ਦਾ ਲਾਹਾ ਲੈਣ ਦੇ ਲਈ ਆਈਆਂ ਹੋਈਆਂ ਸੀ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਬਚਨ ਕੁਝ ਸਮਝ ਆਉਣ ਲੱਗੇ ਵੀ ਇਹ ਕੋਈ ਸਮਾਧ ਦੀ ਗੱਲ ਕਰਦੇ ਐ, ਇਹ ਕੋ ਪ੍ਰਕਾਸ਼ ਦੀ ਅਨਹਦ ਬਾਣੀ ਦੀ ਗੱਲ ਕਰਦੇ ਐ, ਇਹ ਬਾਹਰੀ ਪੂਜਾ ਨਹੀਂ, ਅੰਤਰ ਪੂਜਾ ਥਾਨ ਮੁਰਾਰਾ ਦੀ ਬਚਨ ਕਰ ਰਹੇ ਐ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਜਿਸ ਭਾਸ਼ਾ ਦੇ ਵਿੱਚ ਬੋਲਦਾ ਉਸੇ ਭਾਸ਼ਾ ਦੇ ਵਿੱਚ ਉਸ ਨੂੰ ਸਮਝਾਉਂਦੇ। ਜਿਸ ਤਰ੍ਹਾਂ ਦੇ ਉਹ ਵਸਤਰ ਪਹਿਨਦਾ, ਜਿਸ ਤਰ੍ਹਾਂ ਦੇ ਉਹ ਜੀਵਨ ਨੂੰ ਧਾਰਨ ਕਰਦਾ ਸੀ, ਉਸ ਤਰ੍ਹਾਂ ਦੇ ਵਸਤਰ ਪਹਿਨ ਲੈਂਦੇ। ਉਹਦੀ ਭਾਸ਼ਾ ਦਿਖਣ ਵਿੱਚ ਵੀ ਉਹਦੇ ਵਰਗੇ ਬਣ ਜਾਂਦੇ ਤੇ ਫਿਰ ਉਸ ਨੂੰ ਸਮਝਾਉਂਦੇ, ਰਾਮ ਨਾਮ ਦਾ, ਵਾਹਿਗੁਰੂ ਨਾਮ ਦਾ, ਹਰੀ ਨਾਮ ਦਾ ਭੇਤ ਦਿੰਦੇ। ਹੁਣ ਜਦੋਂ ਉਹ ਨਾਮ ਦਾ ਅਭਿਆਸ ਕਰਾਉਂਦੇ, ਜਿਸ ਤਰ੍ਹਾਂ ਆਪਾਂ ਗੁਰਮੰਤਰ ਦਾ ਜਪ ਕੀਤਾ ਹੈ, ਇਸ ਤਰ੍ਹਾਂ ਜਦੋਂ ਰਾਮ ਨਾਮ ਦਾ ਅਭਿਆਸ, ਵਾਹਿਗੁਰੂ ਨਾਮ ਦਾ, ਹਰੀ ਨਾਮ ਦਾ, ਸਤ ਨਾਮ ਦਾ ਜਿਹੜਾ ਅਭਿਆਸ ਕਰਾਉਂਦੇ, ਉਹ ਅਭਿਆਸ ਕਰਦਿਆਂ ਕਰਦਿਆਂ ਜਿਸ ਤਰ੍ਹਾਂ ਜੀਵ ਗੁਰਮੰਤਰ ਦੀ ਧੁਨ ਦੇ ਵਿੱਚ ਧਿਆਨ ਧਰ ਕੇ ਅਭਿਆਸ ਕਰਦੇ, ਹੌਲੀ 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 ਉਹ ਆਪ ਦੇ ਸਰੀਰ ਤੋਂ, ਆਪ ਦੀਆਂ ਅੱਖਾਂ ਤੋਂ, ਇਹਨਾਂ ਕੰਨਾਂ ਤੋਂ, ਇਹਨਾਂ ਲੱਤਾਂ ਬਾਹਾਂ ਤੋਂ, ਆਪ ਦੇ ਰੋਮਾਂ ਤੋਂ ਰਹਿਤ ਹੋਣ ਲੱਗ ਜਾਂਦੇ। ਕਿਉਂਕਿ ਤੁਹਾਡੇ ਵਿੱਚ ਬੈਠੇ ਆ ਗੁਰਮੁਖ ਅਭਿਆਸੀ ਜੀਵ, ਜਿਹੜੇ ਵਾਹਿਗੁਰੂ ਸ਼ਬਦ ਦੀ ਆਵਾਜ਼ ਦੇ ਵਿੱਚ ਜਦੋਂ ਅਸੀਂ ਧਿਆਨ ਰੱਖ ਕੇ ਇਸ ਨੂੰ ਜਪਦੇ ਆਂ, ਜਪਦਿਆਂ ਜਪਦਿਆਂ ਸਾਡਾ ਬਾਹਰੀ ਵੀ ਸਾਨੂੰ ਭੁੱਲਣ ਲੱਗ ਜਾਂਦਾ, ਸਾਡੇ ਲਾਗੇ ਕੌਣ ਬੈਠਾ ਸਾਨੂੰ ਇਹ ਵੀ ਭੁੱਲਣ ਲੱਗ ਜਾਂਦਾ। ਜਦੋਂ ਹੋਰ ਕਿਰਪਾ ਹੁੰਦੀ ਹੈ, ਜਿਸ ਸਰੀਰ ਦੇ ਵਿੱਚ ਬੈਠ ਕੇ ਅਸੀਂ ਜਪ ਕਰਦੇ ਆਂ, ਇਹ ਸਰੀਰ ਵੀ ਸਾਨੂੰ ਭੁੱਲਣ ਲੱਗ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਨੇ ਸੁਨ ਸਮਾਦ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਸੁਨ ਸਮਾਦ ਦੇ ਵਿੱਚ ਮਹਾਰਾਜ ਕਹਿੰਦੇ ਜਿੱਥੇ ਅਨਹਤ ਨਾਦ ਵੱਜਦਾ ਹੈ, ਉਸ ਅਵਸਥਾ ਦੇ ਵਿੱਚ ਮਨ ਜਾਂਦਾ। ਹੁਣ ਗੁਰੂ ਨਾਨਕ ਦੇਵ ਦੇ ਘਰ ਦੇ ਵਿੱਚ ਜਦੋਂ ਉਸ ਨੂੰ ਜਪ ਕਰਵਾਇਆ ਜਾਂਦਾ, ਵਾਹਿਗੁਰੂ ਜਪ, ਜਪਦਿਆਂ ਜਪਦਿਆਂ ਉਸ ਦੀ ਸੁਰਤੀ ਜਦੋਂ ਸ਼ਬਦ ਦੇ ਨਾਲ ਪ੍ਰੇਮ ਪਾਉਂਦੀ, ਕਿਉਂਕਿ ਮਹਾਰਾਜ ਨੇ ਕਿਹਾ ਆ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਦਾ ਉਪਦੇਸ਼ ਦਿੱਤਾ। ਜਪਦਿਆਂ ਜਪਦਿਆਂ ਜਦੋਂ ਮਨ ਸਹਿਜ ਦੇ ਵਿੱਚ ਜਾਂਦਾ, ਉਸ ਅੰਦਰ ਦੇਵ ਮੰਡਲ ਦੇ ਵਿੱਚ ਜਾਂਦਾ, ਸਿੰਨ ਮੰਡਲ ਦੇ ਵਿੱਚ ਜਾਂਦਾ, ਜਿੱਥੇ ਅਨਹਦ ਵਾਜੇ ਵੱਜਦੇ ਉਸ ਨੂੰ ਅੰਦਰੋਂ ਸੁਣਾਈ ਦਿੰਦਾ। ਅੰਦਰ ਪ੍ਰਕਾਸ਼ ਦੇ ਝਲਕਾਰੇ ਪੈਂਦੇ। ਹੁਣ ਜਦੋਂ ਸੰਗਤੀ ਰੂਪ ਦੇ ਵਿੱਚ ਆਇਆ, ਕੋਈ ਮੁਸਲਮਾਨ ਬੈਠਾ ਹੈ, ਕੋਈ ਹਿੰਦੂ ਬੈਠਾ ਹੈ, ਕੋਈ ਈਸਾਈ ਬੈਠਾ ਹੈ, ਕੋਈ ਚੀਨ ਵਿੱਚੋਂ ਆਇਆ, ਕੋਈ ਰਸ਼ੀਆ ਵਿੱਚੋਂ ਆਇਆ, ਵੱਖਰੀ ਵੱਖਰੀ ਸੰਗਤ ਬੈਠੀ ਹੈ। ਪਰ ਜਦੋਂ ਗੁਰੂ ਨਾਨਕ ਦੇਵ ਜੀ ਜਪ ਸ਼ੁਰੂ ਕਰਾਉਂਦੇ, ਜਪ ਸ਼ੁਰੂ ਕਰਕੇ ਸ਼ਬਦ ਦੁਆਰਾ ਸੁਰਤੀਆਂ ਨੂੰ ਉੱਪਰ ਚੱਕਦੇ, ਉੱਥੇ ਸਾਰਿਆਂ ਨੂੰ ਇੱਕੋ ਝਲਕਾਰੇ ਪੈਂਦੇ। ਚਾਹੇ ਕੋਈ ਹਿੰਦੂ ਸੀ, ਚਾਹੇ ਕੋਈ ਮੁਸਲਮਾਨ ਸੀ, ਸਿੱਖ ਸੀ, ਈਸਾਈ ਸੀ,
ਜਦੋਂ ਉਹ ਸ਼ਬਦ ਗੁਰੂ ਦੀ ਸੇਵਾ ਦੇ ਵਿੱਚ ਗੁਰੂ ਨਾਨਕ ਦੇਵ ਦੇ ਕਹੇ ਮੁਤਾਬਕ ਉਸ ਦਾ ਜਪ ਕਰਦਾ, ਜਪ ਕਰਦਿਆਂ ਆਪਾ ਭੁੱਲ ਜਾਂਦਾ, ਨਾਲਦਿਆਂ ਨੂੰ ਭੁੱਲ ਜਾਂਦਾ, ਸੰਸਾਰ ਭੁੱਲ ਜਾਂਦਾ, ਇਹ ਸਰੀਰ ਤੱਕ ਨੂੰ ਭੁੱਲ ਜਾਂਦਾ, ਤੇ ਸ਼ਬਦ ਅਤੇ ਸੁਰਤੀ ਦਾ ਮੇਲ ਹੋ ਕੇ ਆਤਮ ਮੰਡਲ ਦੇ ਵਿੱਚ ਚਲਿਆ ਜਾਂਦਾ। ਹੁਣ ਜਦੋਂ ਆਤਮ ਮੰਡਲ ਦੇ ਵਿੱਚ ਜਾ ਕੇ ਉਹ ਆਨੰਦ ਸੋਮਿਆਂ ਦੇ ਵਿੱਚ ਸਤਿਗੁਰ ਦੀ ਜਿਹੜੀ ਕਿਰਪਾ ਕਰਦੇ, ਜਦੋਂ ਦੁਬਾਰੇ ਸਰੀਰ ਦੇ ਵਿੱਚ ਸੁਰਤੀ ਆਉਂਦੀ, ਉਹਨਾਂ ਸਾਰਿਆਂ ਨੂੰ ਬਚਨ ਕੀਤਾ ਜਾਂਦਾ, ਪੁੱਛਿਆ ਜਾਂਦਾ, ਹਾਂ ਭਾਈ ਦੱਸੋ ਕਿਸ ਤਰ੍ਹਾਂ ਦਾ ਪ੍ਰਕਾਸ਼ ਹੋਇਆ? ਹਾਂ ਭਾਈ ਦੱਸੋ ਜਿਹੜੇ ਅੰਦਰ ਅਨਹਦ ਵਾਜੇ ਵੱਜੇ ਐ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਤੇਰਾ ਜਨ ਨਿਰਤ ਕਰੈ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ, ਅਗਮ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਵੇਂ ਦੁਆਰ ਵਜਿਓ, ਤਹਿ ਅੰਮ੍ਰਿਤ ਨਾਮ ਚੁਆਇਆ ਥਾ। ਹੁਣ ਉੱਥੇ ਉਹ ਕਹਿੰਦੇ ਸਾਰੀ ਜਾਤ ਮਜਬ ਤੋਂ ਉੱਪਰ ਉੱਠ ਕੇ ਜਦੋਂ ਜਪ ਕਰਿਆ ਹੈ, ਅੰਦਰ ਤਾਂ ਇੱਕ ਹੀ ਅਵਸਥਾ ਹੈ। ਉਹਨਾਂ ਨੂੰ ਪੁੱਛਦੇ ਹੁਣ ਫਰਕ ਦੱਸੋ ਵੀ ਜੇ ਤੁਹਾਨੂੰ ਅੱਲਾ ਨੇ ਵੰਡਿਆ ਹੁੰਦਾ, ਰਾਮ ਨੇ ਵੰਡਿਆ ਹੁੰਦਾ, ਮਾਲਕ ਨੇ ਪਾਰ ਬ੍ਰਹਮ ਨੇ ਵੰਡਿਆ ਹੁੰਦਾ, ਫਿਰ ਤੁਹਾਨੂੰ ਇੱਕ ਪ੍ਰਕਾਸ਼ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਤੁਸੀਂ ਤਾਂ ਵੱਖਰੋ ਵੱਖਰੇ ਜਾਤਾਂ ਦੇ ਹੋ। ਇਸ ਦਾ ਮਤਲਬ ਕੋਈ ਜਾਤ ਨਹੀਂ। ਜਦੋਂ ਉਸ ਘਰ ਦੇ ਵਿੱਚ ਅਕਾਲ ਪੁਰਖ ਦੇ ਤੁਸੀਂ ਦਰਸ਼ਨ ਲੋਚਦੇ ਹੋ, ਹਿੰਦੂ ਨੂੰ ਵੀ ਉਵੇਂ ਦਰਸ਼ਨ ਦਿੰਦਾ ਹੈ, ਮੁਸਲਮਾਨ ਨੂੰ ਵੀ ਉਵੇਂ ਦਿੰਦਾ ਹੈ, ਈਸਾਈ ਨੂੰ ਵੀ ਉਵੇਂ ਦਿੰਦਾ ਹੈ, ਕਿਉਂਕਿ ਮਨ ਤਾਂ ਸਾਰਿਆਂ ਦਾ ਇੱਕ ਹੈ। ਪੰਜਾਂ ਤੱਤਾਂ ਦੀ ਜੋਤ ਹੈ, ਉਸ ਨੂੰ ਮਨ ਕਿਹਾ ਗਿਆ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤਤ ਤੈ ਜਨਮਾ। ਪੰਜਾਂ ਤੱਤਾਂ ਦੀ ਜੋਤ ਨੂੰ ਮਨ ਕਿਹਾ ਗਿਆ ਹੈ, ਸੂਖਮ ਸਰੀਰ ਨੂੰ ਮਨ ਕਿਹਾ ਗਿਆ ਹੈ, ਜੋ ਪ੍ਰਕਾਸ਼ ਰੂਪੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਸਰੂਪੀ ਮਨ ਹੈ, ਪਰ ਜਦੋਂ ਉਹ ਸਰੀਰ ਦੇ ਵਿੱਚ ਆ ਗਿਆ, ਐਸ ਮਾਤਲੋਕ ਦੇ ਵਿੱਚ ਆ ਗਿਆ, ਮਨ ਆਪ ਦਾ ਸਰੂਪ ਭੁੱਲ ਗਿਆ, ਆਪ ਦੀ ਜੋਤ ਸਰੂਪ ਭੁੱਲ ਗਿਆ, ਆਪ ਦਾ ਮੂਲ ਅਕਾਲ ਪੁਰਖ ਪ੍ਰਕਾਸ਼ ਭੁੱਲ ਗਿਆ। ਉਸ ਵਕਤ ਉਹ ਕਹਿਣ ਲੱਗਾ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਜੈਨੀ ਹਾਂ, ਮੈਂ ਬੋਧੀ ਹਾਂ, ਤੇ ਆਪਸ ਦੇ ਵਿੱਚ ਝਗੜਨ ਲੱਗਾ। ਹੁਣ ਸੰਤਾਂ ਦਾ ਕੰਮ ਸੀਗਾ, ਮਹਾਪੁਰਸ਼ਾਂ ਦਾ ਕੰਮ ਸੀਗਾ ਵੀ ਇਹ ਆਪਸ ਦੇ ਵਿੱਚ ਝਗੜਦੇ ਫਿਰਦੇ ਆ, ਇਹ ਜਾਤਾਂ ਮਜ਼ਹਬ ਬਣਾਉਣ ਲੱਗ ਗਏ ਆ, ਇਹ ਆਪਸ ਦੇ ਵਿੱਚ ਦੁਬਦਾ ਕਰਦੇ ਆ, ਇਹਨਾਂ ਨੂੰ ਇਹਨਾਂ ਦਾ ਮੂਲ ਸਮਝਾਇਆ ਜਾਵੇ ਵੀ ਕੋਈ ਜਾਤ ਨਹੀਂ, ਕੋਈ ਮਜ਼ਹਬ ਨਹੀਂ, ਸਾਡਾ ਸਾਰਿਆਂ ਦਾ ਮੂਲ ਇੱਕ ਹੀ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਅਵਲ ਅੱਲਾਹ ਦਾ ਪਤਾ ਕੀ ਭੇਤ ਹੈ? ਸਭ ਤੋਂ ਪਹਿਲਾਂ। ਅਵਲ ਦਾ ਮਤਲਬ ਹੁੰਦਾ ਹੈ ਪਹਿਲਾਂ, ਅੱਲਾ ਦਾ ਮਤਲਬ ਹੈ ਅਕਾਲ ਪੁਰਖ। ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਆਪ ਦੇ ਆਪ ਨੂੰ ਘੜ ਕੇ, ਆਪ ਦੇ ਨੂਰ ਨੂੰ, ਪ੍ਰਕਾਸ਼ ਨੂੰ ਘੜ ਕੇ ਇਹ ਸਾਰਾ ਸੰਸਾਰ ਬਣਾਇਆ ਹੈ, ਤੇ ਉਸ ਤੋਂ ਬਿਨਾਂ ਇਸ ਸੰਸਾਰ ਨੂੰ ਬਣਾਉਣ ਵਾਲਾ ਕੋਈ ਨਹੀਂ ਹੈ। ਮਹਾਰਾਜ ਕੀ ਕਹਿੰਦੇ? ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਸੰਸਾਰ ਨੂੰ ਬਣਾਉਣ ਵਾਲਾ ਆਦ ਵਿੱਚ ਵੀ ਉਹੀ ਸੀ, ਜਿੰਨੇ ਯੁੱਗ ਬੀਤ ਗਏ ਉਹੀ ਸੀ, ਹੁਣ ਵੀ ਉਹੀ ਹੈ ਤੇ ਹੋਊਗਾ ਵੀ ਉਹੀ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਉਹਨਾਂ ਕਹਿੰਦੇ ਕੋਈ ਭਲਾ ਮੰਦਾ ਨਹੀਂ ਹੈਗਾ। ਤੁਸੀਂ ਨੂਰ ਦੀ ਭਗਤੀ ਨਹੀਂ ਕਰਦੇ, ਤੁਸੀਂ ਅਨਹਦ ਨਾਦ ਦਾ ਭੇਤ ਨਹੀਂ ਲਿਆ, ਤੁਸੀਂ ਜਿਹੜਾ ਤੁਹਾਡੇ ਘਰ ਇਸ ਸਰੀਰ ਦੇ ਵਿੱਚ ਮਹਾਰਾਜ ਨੇ ਗੁਰਦੁਆਰਾ ਬਣਾਇਆ, 10ਵਾਂ ਘਰ ਬਣਾਇਆ, ਮੰਦਿਰ ਬਣਾਇਆ, ਉਸ ਦਾ ਭੇਤ ਨਹੀਂ ਲਿਆ। ਬਾਹਰੀ ਤੁਸੀਂ ਮੰਦਿਰਾਂ ਦੀ, ਬਾਹਰੀ ਤੁਸੀਂ ਮਸਜਿਦਾਂ ਦੀ, ਬਾਹਰੀ ਆਕਾਰਾਂ ਦੀ ਸੇਵਾ ਕਰਦੇ ਫਿਰਦੇ ਆ, ਲੜਾਈ ਪੈਣੀ ਹੈ। ਜਦੋਂ ਅੰਦਰ ਪ੍ਰਕਾਸ਼ ਸੱਚ ਦਾ ਭੇਤ ਹੀ ਹੈ ਨੀਗਾ, ਸਾਰੀ ਸਾਰੀ ਉਮਰ ਜਪ ਤਪ ਕਰ ਲਿਆ, ਸਾਰੀ ਸਾਰੀ ਉਮਰ ਰੁੱਖ ਬਿਰਖ ਪੂਜ ਲਏ, ਜਾਨਵਰ ਪੂਜ ਲਏ, ਕੋਈ ਸੱਪ ਨੂੰ ਪੂਜਦਾ, ਕੋਈ ਗਾਂ ਨੂੰ ਪੂਜਦਾ, ਕੋਈ ਕਿਸੇ ਨੂੰ ਪੂਜਦਾ, ਕੋਈ ਚੂਹੇ ਨੂੰ ਪੂਜਦਾ, ਵੱਖਰੇ ਵੱਖਰੇ ਆਕਾਰਾਂ ਦੀ ਸੇਵਾ ਕਰੀ ਜਾ ਰਿਹਾ ਹੈ। ਕੋ ਅੱਜ ਕੱਲ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਆਪਣੇ ਮਾਲਵੇ ਦੇ ਵਿੱਚ ਕਿੰਨਾ ਘਰ ਘਰ ਦੇ ਵਿੱਚ, ਖੇਤ ਖੇਤ ਦੇ ਵਿੱਚ ਮੜੀਆਂ ਬਣਾ ਕੇ ਉਹਨਾਂ ਦੇ ਉੱਪਰ ਚਿਰਾਗ ਬਾਲੇ ਜਾਂਦੇ ਆ ਵੀ ਇੱਥੇ ਆਹ ਪੀਰ ਰਹਿੰਦਾ ਹੈ ਜੀ, ਇੱਥੇ ਆਹ ਸ਼ਹੀਦ ਰਹਿੰਦਾ ਹੈ ਜੀ। ਨਾ ਸਾਨੂੰ ਪਤਾ ਪੀਰ ਦੀ ਅਵਸਥਾ ਕੀ ਹੈ, ਨਾ ਸਾਨੂੰ ਪਤਾ ਸ਼ਹੀਦ ਦੀ ਅਵਸਥਾ ਕੀ ਹੈ, ਪਰ ਅਸੀਂ ਸੇਵਾ ਕਰ ਰਹੇ ਹਾਂ ਔਰ ਕਰੀ ਜਾ ਰਹੇ ਹਾਂ। ਅੱਗੋਂ ਜੇ ਕੋਈ ਇੱਕ ਅੱਧਾ ਬੱਚਾ ਪੀੜ੍ਹੀ ਦੇ ਵਿੱਚ ਉੱਠ ਖਲੋਂਦਾ, ਉਹ ਕਹਿੰਦਾ ਮੈਂ ਨਹੀਂ ਸੇਵਾ ਕਰਦਾ, ਉਹਨੂੰ ਵਹਿਮ ਪਾਇਆ ਜਾਂਦਾ ਵੀ ਤੇਰੀਆਂ 4 ਪੀੜ੍ਹੀਆਂ ਹੋ ਗਈਆਂ ਇਹ ਦੀਵਾ ਲਾਉਂਦੇ ਆ, ਤੈਨੂੰ ਵੀ ਭਾਈ ਲਾਉਣਾ ਪਊ। ਉਹ ਡਰ ਜਾਂਦਾ, ਉਹਨੂੰ ਇਹ ਨਹੀਂ ਪਤਾ ਵੀ ਕਿਉਂ ਲਾਉਣਾ ਪਊ। ਜਿਸ ਤਰ੍ਹਾਂ ਅਸੀਂ ਭਰਮ ਦੇ ਵਿੱਚ ਦੀਵੇ ਲਾਏ ਆ, ਉਹਨੂੰ ਵੀ ਭਰਮ ਦੇ ਵਿੱਚ ਪਾ ਦਿੱਤਾ। ਸ਼ਬਦ ਗੁਰੂ ਦੇ ਸੇਵਕ ਨਹੀਂ ਬਣੇ ਅਸੀਂ,
ਅਸੀਂ ਚਿਰਾਗਾਂ ਦੇ ਸੇਵਕ ਬਣ ਗਏ, ਦੀਵਿਆਂ ਦੇ ਬਣ ਗਏ, ਮੜੀਆਂ ਮਸਾਣੀਆਂ ਦੇ ਮਰ ਗਏ। ਉਸ ਤਰ੍ਹਾਂ ਕਹਿ ਰਹੇ ਆ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੇ ਚੱਲਦੇ ਆ, ਵਿਚਾਰਧਾਰਾ ਤੇ ਚੱਲਦੇ ਆ, ਪਰ ਜਦੋਂ ਦੇਖੀਏ ਵੀ ਕਰਨੀ ਕਿਹੜੀ ਹੈ, ਤੇ ਮਹਾਰਾਜ ਕਹਿੰਦੇ ਕਰਨੀ ਕੁੱਤਾ ਦਰ ਫਰਮਾਨ। ਦਰ ਦੇ ਉੱਤੇ ਵੱਡੇ ਵੱਡੇ ਫਰਮਾਨ ਲਾਏ ਆ, ਪਰ ਜਦੋਂ ਕਹੀਏ ਵੀ ਗੁਰੂ ਦੀ ਬਚਨ ਕਮਾਉਂਦੇ ਕਿੰਨੇ ਕੁ ਹੈ, ਉਹ ਨਹੀਂ ਕਮਾ ਰਹੇ ਆਪਾਂ। ਬਾਹਰੋਂ ਸਾਰਾ ਕੁਝ ਕਰ ਰਹੇ ਆ ਜੋ ਗੁਰੂ ਨੇ ਉਲਟ ਦੱਸਿਆ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬਜਾਈ। ਕਹਿੰਦੇ ਦੁਬਦਾ ਵਿੱਚ ਨਹੀਂ ਪੈਣਾ, ਹਰੀ ਤੋਂ ਬਿਨਾ, ਸ਼ਬਦ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਆ। ਮੜੀਆਂ ਮਸਾਣੀਆਂ ਦੇ ਵਿੱਚ ਨਹੀਂ ਜਾਣਾ। ਕਿਉਂ ਜੀਵ ਜਾਂਦਾ ਮੜੀਆਂ ਮਸਾਣੀਆਂ ਦੇ ਵਿੱਚ? ਵੀ ਗੁਰੂ ਕੋਲੇ ਆ ਕੇ ਤਾਂ ਮੇਰੇ ਦੁਨਿਆਵੀ ਕੰਮ ਸੁਧਰੇ ਨਹੀਂ, ਸ਼ਖਣੀ ਇੱਥੇ ਕੋ ਦੀਵੇ ਲਾਉਂਗਾ, ਇੱਥੇ ਕੋ ਮੈਂ ਚਾਦਰਾਂ ਚੜਾਉਂਗਾ, ਲੱਡੂ ਚੜਾਉਂਗਾ, ਮੇਰੇ ਕੰਮ ਬਣ ਜਾਣ। ਕਹਿੰਦੇ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ। ਤ੍ਰਿਸ਼ਨਾ ਦੇ ਵਿੱਚ ਅਸੀਂ ਗੁਰੂ ਦਾ ਦਰ ਛੱਡ ਕੇ ਐਸੀਆਂ ਅਵਸਥਾਵਾਂ ਦੇ ਵਿੱਚ ਜਾਂਦੇ ਆ। ਮਹਾਰਾਜ ਕਹਿੰਦੇ ਤ੍ਰਿਸ਼ਨਾ ਨਾਮ ਬੁਝਾਈ। ਮਹਾਰਾਜ ਕਹਿੰਦੇ ਆ ਸਾਚੀ ਲਿਵ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰਿਆ, ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ। ਰੋਜ਼ ਪੜ੍ਹਦੇ ਆ ਨਾ ਅਸੀਂ, ਇਸ ਨੂੰ ਹੋਰ ਥਾਂ ਨਹੀਂ। ਕੀ ਕਹਿੰਦੇ ਆ? ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀਆ। ਹੋਰ ਕੋਈ ਦੂਸਰੀ ਜਗ੍ਹਾ ਦੀ ਭਾਲ ਨਾ ਕਰਿਓ। ਇਹ ਜਦੋਂ ਇਸ ਮਨ ਦੇ ਤਨ ਦੇ ਕਾਰਜ ਸੁਧਰਨਗੇ, ਕਹਿੰਦੇ ਸ਼ਬਦ ਦੇ ਨਾਲ ਲੱਗ ਕੇ ਸੁਧਰਨਗੇ। ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਜਿੰਨੀ ਦੇਰ ਤੱਕ ਸ਼ਬਦ ਦੇ ਵਿੱਚ ਲਿਵ ਨਹੀਂ ਜੁੜੀ, ਕੀ ਕਰ ਸਕਦਾ ਇਹ ਵਿਚਾਰਾ ਮਨ? ਸ਼ਬਦ ਦੇ ਨਾਲ ਲਿਵ ਨਹੀਂ ਜੋੜਦਾ। ਤ੍ਰਿਸ਼ਨਾ ਦੇ ਵਿੱਚ ਪੈ ਕੇ ਪਰ ਘਰ ਜੋਹਣ ਲੱਗਾ, ਪਰ ਘਰ ਦੇ ਵਿੱਚ ਜਾਂਦਾ ਹੈ, ਦਰ ਦਰ ਦੇ ਉੱਤੇ ਭਟਕਦਾ ਫਿਰਦਾ ਹੈ, ਤੇ ਫਿਰ ਕਹਿੰਦਾ ਜੀ ਮੇਰੇ ਉੱਪਰ ਮੁਸੀਬਤਾਂ ਦੇ ਪਹਾੜ ਟੁੱਟ ਗਏ ਐ, ਮੇਰੇ ਉੱਤੇ ਪਾਪਾਂ ਦੇ ਕਟੁੰਬ ਚੜ ਚੜ ਕੇ ਆਉਂਦੇ ਐ, ਮੇਰੇ ਤੋਂ ਦੁੱਖ ਦਰਦ ਨਹੀਂ ਸਹਾਰੇ ਜਾਂਦੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਤੇ ਪਾਤਸ਼ਾਹ ਤਾਂ ਬਚਨਾਂ ਦਾ ਹੈ। ਜੇ ਮਾਤਾ ਪਿਤਾ ਦਾ ਬਚਨ ਨਹੀਂ ਬੱਚਾ ਮੰਨੂਗਾ, ਮਾੜੀ ਸੰਗਤ ਵਿੱਚ ਜਾਊਗਾ, ਨਸ਼ੇ ਕਰੂਗਾ, ਚੋਰੀਆਂ ਕਰੂਗਾ, ਜਦੋਂ ਪੁਲਿਸ ਫੜ ਲੈਂਦੀ ਹੈ ਫਿਰ ਪਿਤਾ ਨੂੰ ਕਹੇ ਮੈਨੂੰ ਬਚਾ ਲੈ। ਪਿਤਾ ਕਹਿੰਦਾ ਬਚਨ ਮੰਨ, ਸੇਵਾ ਕਰ, ਤੈਨੂੰ ਇਹਨਾਂ ਕੰਮਾਂ 'ਚ ਮੈਂ ਪੈਣ ਹੀ ਨਹੀਂ ਦਿੰਦਾ। ਸੇਵਾ ਤੇਰੀ ਕਰਨੀ ਨਹੀਂ ਤੇ ਪੁਲਿਸ ਤੋਂ ਤੂੰ ਬਚਾ ਲਾ, ਸੇਵਾ ਗੁਰੂ ਦੀ ਕਰਨੀ ਨਹੀਂ ਤੇ ਕਹਿੰਦੇ ਦੁੱਖਾਂ ਤੋਂ ਤੂੰ ਸਾਨੂੰ ਬਚਾ ਲਾ। ਪਰ ਦੀ ਸੇਵਾ ਕਰ ਕਰਕੇ, ਨਸ਼ੇ ਪੀ ਪੀ ਕੇ, ਸ਼ਰਾਬਾਂ ਪੀ ਕੇ, ਮਾੜੇ ਤਮਾਕੂ ਖਾ ਕੇ, ਅੱਜ ਕੱਲ ਦੇ ਪੋਸਟ ਭੰਗ ਫੀਮਾ ਖਾ ਖਾ ਕੇ ਸਾਰਾ ਜੀਵਨ ਵਿਗਾੜ ਲੈਨੇ ਆ। ਜਦੋਂ ਜਮ ਆ ਕੇ ਕੁੱਟਦੇ ਨੇ ਫਿਰ ਗੁਰੂ ਨੂੰ ਕਹਿੰਦੇ ਕਰੋ ਜੀ ਕਿਰਪਾ, ਕਰੋ ਜੀ ਕਿਰਪਾ। ਕਿਸ ਤਰ੍ਹਾਂ ਕਿਰਪਾ ਕਰੇ? ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹੋਈਏ, ਗੁਰੂ ਦੀ ਚਾਕਰੀ ਕੀਤੀ ਹੋਊਗੀ, ਗੁਰੂ ਦੀ ਦਿਨ ਦਿਨ ਕਰਕੇ ਸੇਵਾ ਕੀਤੀ ਹੋਊਗੀ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ। ਸਾਰਾ ਜੀਵਨ ਤਾਂ ਨਸ਼ਿਆਂ ਦੇ ਵਿੱਚ ਲੰਘਾ ਦਿੱਤਾ, ਦੁਬਦਾ ਕਰੀ, ਧੜੇ ਬਣਾਏ, ਨਸ਼ੇ ਪੀਤੇ, ਨਿੰਦਿਆ ਚੁਗਲੀ ਕੀਤੀ। ਜਦੋਂ ਪਾਪਾਂ ਦੇ ਭੰਡਾਰੇ ਵੱਧ ਗਏ, ਸਾਡੇ ਉੱਪਰ ਦਾਬ ਆਉਣ ਲੱਗ ਪਈ, ਫਿਰ ਕਹਿੰਦੇ ਹੁਣ ਚਲੋ ਜੀ ਕੋ ਸੰਤਾਂ ਮਹਾਂਪੁਰਸ਼ਾਂ ਕੋਲ ਕੋ ਅਰਦਾਸ ਕਰਾਈਏ। ਇਹੀ ਅਵਸਥਾ ਆ ਸਾਡੀ। ਕੁਛ ਗੁਰਮੁਖ ਹੋਣਗੇ ਜਿਹੜੇ ਨਾਮ ਦੇ ਰਸੀਏ ਆ, ਜੋ ਨਾਮ ਸ਼ਬਦ ਦੀ ਆਰਾਧਨਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠਦੇ ਆ। ਸੱਚੇ ਪਾਤਸ਼ਾਹ ਤਾਤੀ ਵਾਉ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨ ਆਈ। ਉਹ ਰੋਜ਼ ਪਾਰ ਬ੍ਰਹਮ ਦੀ ਸ਼ਰਨ ਦੇ ਵਿੱਚ ਬੈਠਦੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜਦੋਂ ਸ਼ਬਦ ਦੀ ਆਰਾਧਨਾ ਕਰਕੇ, ਨਾਮ ਦਾ ਜਪ ਕਰਕੇ ਸੱਚੇ ਪਾਤਸ਼ਾਹ ਦੀ ਸ਼ਰਨ 'ਚ ਬੈਠਾਂਗੇ, ਤੱਤੀ ਵਾਰ ਨਹੀਂ ਲੱਗਦੀ। ਤਾਤੀ ਵਾਉ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨ ਆਈ। ਕਿਉਂ ਨਹੀਂ ਲੱਗਦੀ? ਕਹਿੰਦੇ ਚੁਗਿਰਦ ਹਮਾਰੇ ਰਾਮਕਾਰ। ਜਿਹੜੇ ਮਾਲਕ ਦੇ ਚਰਨਾਂ ਵਿੱਚ ਬੈਠ ਜਾਂਦੇ ਨੇ, ਉਹ ਮਾਲਕ ਉਹਨਾਂ ਦੇ ਚੁਗਿਰਦੇ ਆਪ ਦੀ ਕਾਰ ਬਣਾ ਦਿੰਦਾ ਹੈ, ਉਹਨਾਂ ਦਾ ਰੱਖਿਆ ਚੱਕਰ ਬਣਾ ਦਿੰਦਾ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੁਗਿਰਦ ਹਮਾਰੇ। ਸਾਰੇ ਪਾਸੇ ਸਾਡੇ ਰੱਖਿਆ ਚੱਕਰ ਬਣਾ ਦਿੰਦਾ ਹੈ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਹੁਣ ਜਿਹੜਾ ਗੁਰੂ ਦੀ ਸ਼ਰਨ 'ਚ ਨਹੀਂ ਬੈਠਾ, ਉਹਨੂੰ ਤੱਤੀਆਂ ਵਾਹਾਂ ਲੱਗਣਗੀਆਂ, ਉਸ ਦੀ ਰੱਖਿਆ ਨਹੀਂ ਕਰਨੀ, ਕਿਉਂਕਿ ਜਮ ਉਸ ਨੂੰ ਕੁੱਟਦੇ ਆ, ਜਮਾਂ ਦੀ ਕਰਨੀ ਕੀਤੀ ਹੈ। ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚ ਦਾ ਹੋਕਾ ਦਿੱਤਾ, ਸੱਚ ਸੁਣਾਈ ਸੀ, ਸੱਚ ਕੀ ਬੇਲਾ, ਸ਼ਬਦ ਗੁਰੂ ਦੇ ਨਾਲ ਸੰਸਾਰ ਨੂੰ ਜੋੜਨਾ ਸ਼ੁਰੂ ਕਰ ਦਿੱਤਾ। ਬਾਹਰੋਂ ਕੋਈ ਮੰਦਰ ਨਾ ਬਣਾਉਂਦੇ, ਨਾ ਕੋਈ ਆਪਦਾ ਡੇਰਾ ਬਣਾਉਂਦੇ, ਨਾ ਮੜੀਆਂ ਮਸਾਣੀਆਂ ਨਾਲ ਸ਼ਬਦ ਗੁਰੂ ਦਾ ਜਪ ਸਿਖਾ ਕੇ ਉਸ ਨੂੰ ਅੰਤਰ ਧਿਆਨ ਕਰ ਦਿੰਦੇ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਪ੍ਰਗਟ ਕਰ ਦਿੰਦੇ ਉਹਦੀ। ਹੁਣ ਉਹ ਜੋਤ ਕਿੱਥੇ ਕਹੇ? ਕਹਿੰਦੇ ਮਸਤਕ ਪਦਮ ਦੁਆਲੇ ਮਣੀ,
माहे निरंजन त्रै पवन धनी पंच शब्द निर्मायल बाजे ढुलके चवर संख कण गाजे। आ मस्तक है साडा जिहड़ा कहंदे इहदे पदम दे विच मणी है, इहदे सेंटर दे विच मणी है ते ओह मणी दे प्रकाश दे विच सतगुर बैठा है, उत्थे पंज शब्द वजदे पए आ। कोई संसार दे पंज शब्द नहीं जे आपां कह दईए भी किसी डेरे तो असीं पंज शब्द लए आ ओह वजदे आ। पंज शब्द वजदे आ अनहद रूप विच। पंच शब्द नरमायल वाजे, किहड़े किहड़े वजदे आ? ढोलकी चवर संख घण गाजे। जिवें ढोलकी दी आवाज़ आउंदी है, जिवें चवर दी आवाज़ आउंदी है, संख दी घण दी गरजां पैंदियां, इस तरह दे पंज शब्द वजदे आ। वजदे कित्थे आ? आ देही दे विच है। सुन समाद अनहत तैनात दी अवस्था है। हुण ये अवस्था आपां गुरु प्यारिओ धारण करनी है। जदों गुरु नानक देव ने शब्द गुरु दे नाल जोड़िया, उस वक्त चार वर्णां दा बहुत बड़ा बोलबाला सी। अज भी बहुत जगह ते है। शूदरां नूं नाम नहीं सी जपण दिता जांदा, शूदरां नूं संस्कृत नहीं सी पढ़न दित्ती जांदी कि किते ये वेद शास्त्र पढ़ गए, ये ज्ञान धारण कर गए ते ये साडे ते हावी हो जाणगे। हुण महाराज सच्चे पातशाह ने कह दिता, खत्री ब्राह्मण सूद वैस उपदेश चौ वर्ना को सांझा, गुरमुख नाम जपै उदरे सो कट मैं घट घट नानक मांझा। गुरमुख नाम जपै सो उदरै कल मैं घट घट नानक मांझा। घट घट दे विच माझ आया, वो अकाल पुरख है। हुण जदों चारे वर्णां नूं एक जगह ते बिठा लिया, चाहे कोई भारत दा सी, चाहे कोई अफगान दा सी, चाहे कोई जो अज पाकिस्तान बन गया इधर लहिंदे पंजाब दा सी, कितों भी आउंदा, जो शरण आवे ते सिकंठ लावे। ये गल जिहड़ी सीगी उस वक्त दे जिहड़े अनाड़ी असंत, अनाड़ी प्रचारक सी, कूड़ दे राजे सी, उन्हां नूं भाउंदी नहीं सी। भई कोई उन्हां नूं इस तरह कह दिंदा भी ये तो इस्लाम के विरुद्ध कोई आप दा नवां धर्म खड़ा कर रहे है। कोई इधर कह दिंदा भी ये तो राज दे उपर सत्ता काबज करन दे लई ये सारा प्रपंच रच रहे है। हुण जिहड़े अनाड़ी असंत कूड़ दे भरम दे ज्ञान दे विच पा के संसार तो लाहा लै रहे सी, उन्हां दीयां दुकानां नूं भी जंदरे लगने शुरू हो गए। हुण गल पहुँचदी पहुँचदी गुरु घर का विरोध पहले पातशाह तो ही आपां देखदे हां। जदों बाबर ने महाराज सच्चे पातशाह जी नूं जेल दे विच कर दिता, फिर दूसरे पातशाह तीसरे पातशाह विरोध होण लगा। हौली हौली पंजवें पातशाह तक आउंदे आउंदे प्रचार गुरु घर दा सीगा जिहड़ा वो 100-150 साल का प्रचार, 150 साल के करीबन प्रचार हो गया सी। जदों उन्होंने देखा भी ये गुरु नानक दे घर दे नाल इन्ने वड्डे इकट्ठ होण लग गए, दरबार साहब दे विच आपां देखदे आ भी सच्चे पातशाह हुणां ने बहुत वड्डा जिहड़ा सोच तो भी परे इन्ना इकट्ठ होया, नाम जपिया गया, सच नाम का लाहा लिया गया, चौथे पद की कहानी चल पई, अनहद बाणी दे सोहले गाउण लगे, घर घर दे विच ये गल चल पई कि शब्द का अभ्यास हो के ये माणी मंदिर बन जाता है, अंदर अनहद बाणी का कीर्तन वजदा है, अंदर इस मुख दे विच अमृत रस चलता है, अंतर खूंटा अमृत भरिया सब दे काड़ पीए पनिहारी। जदों इस तरह कहानी चली तो उन्होंने बहाने बना के भी तुसी इकट्ठ वध कर लिया, सानू जजिया नहीं दिता, तुसी इस्लाम दे बराबर आप दा कोई नवा धर्म बना रहे हो, तुसी सत्ता ते काबज होना चाह रहे हो, तुसी कुरान शरीफ दे बराबर एक नवा ग्रंथ लिख दिता है। इस तरह के काफ़ी बहाने बना ले। हुण पता लग गया सीगा भी जिहड़ा जहांगीर है ये महाराज जी नूं शहीद करेगा या कोई इस तरह की सज़ा देगा जो ना सहण योग है। गुरु घर तक जदों बचन आउंदा है भी आप जी दे उपर तशद्दद की जा सकती है, तो क्यों ना आपां जहांगीर दे दरबार तक पहुँच करिए। गुरमुखा ने सलाह की, प्रथमै मता जे पत्री चलावो, द्वितीया मता दोए मानक पहचावो, तृतीया मता किछ करो उपाया। हुण महाराज नूं पहला उन्होंने सलाह दी, गुरबाणी विच लिखते ने आप दा बिरतांत, कहंदे क्यों ना आपां एक पत्र लिखीए उन्हां नूं ते उन्हां नूं आप दा सारा मनोरथ समझाइए भी असीं तां चौथे पद की भगती कर रहे हैं,
ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਦੇ ਲਈ ਭਗਤੀ ਕਰ ਰਹੇ ਹਾਂ। ਨਾ ਅਸੀਂ ਕੋਈ ਨਵਾਂ ਧਰਮ ਬਣਾਉਣਾ ਚਾਹੁੰਦੇ ਹਾਂ, ਨਾ ਅਸੀਂ ਕੋਈ ਧੜਾ, ਨਾ ਅਸੀਂ ਤੁਹਾਡਾ ਰਾਜ ਚਾਹੁੰਦੇ ਹਾਂ। ਅਸੀਂ ਤਾਂ ਜੋ ਸੰਸਾਰ ਸਾਜਿਆ ਹੋਇਆ ਸਿਰਫ ਉਸ ਨੂੰ ਭਰਮ ਦੇ ਵਿੱਚੋਂ ਕੱਢ ਰਹੇ ਹਾਂ। ਕੋਈ ਜੋ ਮਰਜੀ ਵਸਤਰ ਧਾਰਨ ਕਰੇ, ਜੋ ਮਰਜੀ ਭਾਸ਼ਾ ਬੋਲੇ, ਸਾਰੀਆਂ ਹੀ ਭਾਸ਼ਾ ਮਾਲਕ ਦੀਆਂ ਨੇ, ਸਾਰੇ ਵਸਤਰ ਸਾਰੇ ਰੰਗ ਮਾਲਕ ਦੇ ਨੇ। ਸਾਡਾ ਤਾਂ ਇਹ ਮਨੋਰਥ ਵੀ ਆਪਾਂ ਇਹ ਪੱਤਰ ਲਿਖ ਕੇ ਭੇਜ ਦਿੰਨੇ, ਪਰ ਉਹਦੇ ਤੇ ਸਹਿਮਤੀ ਨਾ ਬਣੀ। ਕਹਿੰਦੇ ਦੁਤੀਆ ਮਤਾ ਦੋਏ ਮਾਨਕ ਪਹਿਚਾਓ। ਫਿਰ ਸਲਾਹ ਕੀਤੀ ਵੀ ਕੋਈ ਗੁਰੂ ਘਰ ਦੇ ਵਿੱਚੋਂ ਆਪਾਂ ਨੁਮਾਇੰਦੇ ਭੇਜੀਏ ਉੱਥੇ, ਜਿਹੜੇ ਜਾ ਕੇ ਆਪਣੀ ਗੱਲ ਉੱਥੇ ਰੱਖਣ। ਪੰਜਵੇਂ ਪਾਤਸ਼ਾਹ ਨੂੰ ਬਚਨ ਕੀਤੇ ਗਏ। ਫਿਰ ਕਹਿੰਦੇ ਤ੍ਰਿਤੀਆ ਮਤਾ ਕਿਛ ਕਰੋ ਉਪਾਇਆ। ਫਿਰ ਸੰਗਤ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਆਪ ਦੇ ਕੋਲ ਚਾਰੇ ਯੁਗਾਂ ਦਾ, ਤਿੰਨੇ ਤਖਤਾਂ ਦਾ, ਅਕਾਲ ਪੁਰਖ ਦੇ ਘਰ ਦਾ ਇੰਨਾ ਵੱਡਾ ਰਾਜ ਹੈ, ਤੇ ਕੋਈ ਨਾ ਕੋਈ ਕਰਾਮਾਤ ਵਰਤਾ ਦਿਓ ਵੀ ਇਹ ਜਿਹੜਾ ਮਾਹੌਲ ਬਣ ਗਿਆ ਹੈ, ਉਹਨਾਂ ਨੇ ਆਪਾਂ ਨੂੰ ਬੁਲਾਇਆ ਹੈ, ਤੇ ਇਹ ਜਿਹੜਾ ਮਾਹੌਲ ਇੱਕ ਵਾਰ ਦਬ ਜਾਵੇ। ਪਰ ਅੱਗੋਂ ਪਾਤਸ਼ਾਹ ਕਹਿੰਦੇ ਆ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਅਸੀਂ ਕਿਹਾ ਵੀ ਇਹੋ ਜਿਹਾ ਆਪਾਂ ਕੁਛ ਨਹੀਂ ਕਰਨਾ। ਮਾਰੇ ਰੱਖ ਹੈ ਏਕੋ ਆਪ, ਮਾਨਸ ਕੇ ਕਿਛ ਨਾਹੀ ਹਾ। ਜੇ ਮਾਰਨਾ ਉਹਨੇ ਮਾਰ ਦੇਣਾ, ਰੱਖਣਾ ਉਹਨੇ ਰੱਖ ਲੈਣਾ। ਜਦੋਂ ਗੱਲ ਇੰਨੀ ਵਧੀ ਗਈ ਹੈ ਵੀ ਕਿਉਂਕਿ 150 ਸਾਲ ਦੇ ਕਰੀਬਨ ਪ੍ਰਚਾਰ ਹੋ ਗਿਆ, 1.5 ਸਦੀ ਲੰਘ ਗਈ ਹੈ, ਉਹਨਾਂ ਨੂੰ ਸਭ ਪਤਾ ਹੈ ਵੀ ਆਪਾਂ ਕੀ ਕਰ ਰਹੇ ਹਾਂ। ਜੋ ਇਹ ਬਹਾਨੇ ਬਣਾ ਰਹੇ ਨੇ, ਉਹਨਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਹੋਣ ਦੇ ਬਾਵਜੂਦ ਉਹ ਬਹਾਨੇ ਬਣਾ ਰਹੇ ਨੇ। ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ, ਉਹ ਸਮਝੇ ਹੋਏ ਆ। ਬਸ ਇਹ ਕਾਲ ਦੀ ਸ਼ਰਾਰਤ ਹੈ। ਆਪਾਂ ਸਹਿਜ ਦੇ ਵਿੱਚ ਜਦੋਂ ਉਹਨਾਂ ਨੇ ਬੁਲਾਇਆ ਤੇ ਆਪਾਂ ਚੱਲਾਂਗੇ। ਤੇ ਜੇ ਸਤਿਗੁਰ ਜੀ ਨੇ ਤਨ ਮਨ ਧਨ ਦੀ ਸੇਵਾ ਸੰਪੂਰਨ ਕਰ ਲਈ ਹੈ ਤੇ ਬੁਲਾਉਣਾ ਹੀ ਹੈ, ਵਾਪਸ ਇੱਕ ਦਿਨ ਤਾਂ ਜਾਣਾ ਹੈ, ਤੇ ਬੁਲਾ ਲੈਣਗੇ। ਫਿਰ ਮਹਾਰਾਜ ਕਹਿੰਦੇ ਮਹਾ ਆਨੰਦ ਅਚਿੰਤ ਸਹਿਜ ਆਇਆ, ਦੁਸ਼ਮਨ ਦੂਤ ਮੁਏ ਸੁਖ ਪਾਇਆ। ਸਤਿਗੁਰ ਮੋਕੋ ਕੀਆ ਉਪਦੇਸ਼, ਜੀਓ ਪਿੰਡ ਸਭ ਹਰ ਕਾ ਦੇਸ਼। ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਵਾਨ। ਕਹਿੰਦੇ ਸਤਿਗੁਰ ਜੀ ਦਾ ਸਾਨੂੰ ਹੁਕਮ ਹੋ ਗਿਆ ਹੈ ਵੀ ਇਹੋ ਜਿਹਾ ਕੁਛ ਨਹੀਂ ਕਰਨਾ। ਤੁਸੀਂ ਨਾਮ ਦੇ ਸਹਿਜ ਦੇ ਵਿੱਚ ਚੱਲ ਕੇ ਉੱਥੇ ਜੋ ਵੀ ਉਹਨਾਂ ਨੇ ਤੁਹਾਨੂੰ ਬੁਲਾਇਆ ਉੱਥੇ ਪੇਸ਼ ਹੋਵੋ। ਜੋ ਬਚਨ ਕਰਦੇ ਨੇ ਉਹਨਾਂ ਦਾ ਹਲੀਮੀ ਦੇ ਨਾਲ ਜਵਾਬ ਦੇਵੋ ਤੇ ਹੁਕਮ ਵਿੱਚ ਚੱਲੋ। ਹੁਣ ਆਪਾਂ ਦੇਖਦੇ ਹਾਂ ਪੰਜਵੇਂ ਪਾਤਸ਼ਾਹ ਨੇ ਹਲੀਮੀ ਵਰਤੀ। ਜਹਾਂਗੀਰ ਦੇ ਦਰਬਾਰ ਦੇ ਵਿੱਚ ਪਹੁੰਚੇ, ਉਹਨਾਂ ਨੇ ਬਹਾਨੇ ਬਣਾਏ ਅਤੇ ਇੰਨੇ ਸ਼ਾਂਤੀ ਦੇ ਪੁੰਜ ਅੰਮ੍ਰਿਤ ਰਸ ਦੇ ਨਾਲ ਭਰਪੂਰ ਪੰਜਵੇਂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਦੁਨਿਆਵੀ ਸਰੀਰ ਨੂੰ ਉਹਨਾਂ ਨੇ ਤਸੱਦਤ ਕੀਤੀ, ਤਤੀ ਤਵੀ ਤੇ ਬਿਠਾਇਆ, ਅਗਨ ਦਾ ਸੇਕ ਦਿੱਤਾ, ਗਰਮ ਰੇਤ ਦਾ ਸੇਕ ਦਿੱਤਾ, ਉਪਰੰਤ ਸਰੀਰ ਦੇ ਉੱਪਰ ਹੋਰ ਤਸੱਦਤ ਕੀਤੀ ਤੇ ਸੱਚੇ ਪਾਤਸ਼ਾਹ ਜੀ ਸੱਚਖੰਡ ਦੇ ਵਿੱਚ ਵਾਪਸੀ ਕਰ ਗਏ। ਹੁਣ ਉਹਨਾਂ ਨੂੰ ਇਹ ਭੇਤ ਨਹੀਂ ਸੀ ਹੈਗਾ ਵੀ ਜੋ ਇਸ ਸਰੀਰ ਦੇ ਉੱਪਰ ਅਸੀਂ ਤਸੱਦਤ ਕਰ ਰਹੇ ਹਾਂ, ਇਹ ਸਰੀਰ ਕੋਈ ਆਮ ਸਰੀਰ ਨਹੀਂ, ਇਹ ਸਤਿਗੁਰ ਦਾ ਸਰੀਰ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਦੀ ਸੁਰਤੀ ਨੂੰ ਪਹਿਲੋਂ ਹੀ, ਕਿਉਂਕਿ ਗੁਰਤਾ ਗੱਦੀ ਉਹਨਾਂ ਨੂੰ ਤਾਂ ਮਿਲੀ ਸੀ ਵੀ ਉਹਨਾਂ ਦਾ ਮਨ ਜਿਹੜਾ ਸੀਗਾ ਅਨਹਦ ਨਾਮ ਅਤੇ ਸੱਚ ਜੋਤ ਦੇ ਵਿੱਚ ਅਭੇਦ ਹੋ ਚੁੱਕਾ ਸੀ। ਹੁਣ ਧਿਆਨ ਦਾ ਖੇਲ ਹੈ। ਜਦੋਂ ਉਹ ਤੱਤੀ ਤਵੀ ਦੇ ਉੱਪਰ ਬੈਠ ਕੇ ਮਹਾਰਾਜ ਜੀ ਦੇ ਸਰੀਰ ਦੇ ਉੱਪਰ ਤਸ਼ੱਦਦ ਕਰ ਰਹੇ ਸੀ ਤੇ ਮਹਾਰਾਜ ਜੀ ਨੇ ਆਪ ਦਾ ਮਨ ਜਿਹੜਾ ਸੀਗਾ ਉਹ ਸੱਚ ਪ੍ਰਕਾਸ਼ ਅਤੇ ਨਾਮ ਦੇ ਚਰਨਾਂ ਦੇ ਵਿੱਚ ਲੀਨ ਕਰ ਲਿਆ। ਸਰੀਰ ਦੇ ਉੱਪਰ ਜੋ ਵੀ ਦੁੱਖ ਆਉਂਦਾ ਹੈ, ਸੁੱਖ ਆਉਂਦਾ ਹੈ, ਉਹ ਮਨ ਨੇ ਮਹਿਸੂਸ ਕਰਨਾ ਹੈ। ਤੇ ਜੇ ਮਨ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ ਬੈਠਾ ਹੋਏਗਾ ਤੇ ਮਹਿਸੂਸ ਕੌਣ ਕਰੇਗਾ? ਉਹਨਾਂ ਨੇ ਧਿਆਨ ਦੀ ਇਕਾਗਰਤਾ ਨੂੰ ਇੰਨਾ ਅਟੱਲ ਕੀਤਾ ਹੋਇਆ ਸੀ ਪੰਜਵੇਂ ਪਾਤਸ਼ਾਹ ਜੀ ਨੇ ਕਿ ਨਾਦ ਦੀ ਜੋ ਧੁਨ ਚੱਲਦੀ ਹੈ ਉਹ ਸ਼ਬਦ ਨਾਮ ਦੀ ਧੁਨ ਚੱਲਦੀ ਹੈ, ਜਿਸ ਨੂੰ ਗੁਰਬਾਣੀ ਗੁਰੂ ਦੇ ਵਿੱਚ ਕਿਹਾ ਹੈ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਉਹ ਘਟ ਘਟ ਦੇ ਵਿੱਚ ਨਾਦ ਦੀ ਜਿਹੜੀ ਧੁਨ ਵੱਜਦੀ ਪਈ ਆ ਉਹਦੇ ਵਿੱਚ ਸੁਰਤੀ ਬਿਰਤੀ ਜੋੜ ਲਈ। ਹੁਣ ਜਦੋਂ ਉਹ ਗੁਰ ਸਾਖੀ ਵੀ ਉਸ ਨੂੰ ਕਿਹਾ ਗਿਆ, ਉਹ ਅਨਹਦ ਨਾਦ ਦੇ ਵਿੱਚ ਬਿਰਤੀ ਜੁੜ ਗਈ ਤੇ ਅੱਗੇ ਪ੍ਰਕਾਸ਼ ਦਾ ਜਿਹੜਾ ਨੂਰ, ਕਰੋੜਾਂ ਸੂਰਜਾਂ ਦਾ ਨੂਰ ਜਿਹੜਾ ਝਲਕਾ ਮਾਰਨ ਲੱਗਾ, ਉਧਰ ਧਿਆਨ ਕਰ ਲਿਆ ਤੇ ਬੜੀ ਸਹਿਜ ਦੇ ਨਾਲ ਆਪ ਦਾ ਜਿਹੜਾ ਸਰੀਰ ਹੈ ਉਹ ਛੱਡ ਕੇ ਤੇ ਸੱਚਖੰਡ ਦੇ ਵਿੱਚ ਵਾਪਸੀ ਕਰ ਲਈ।
ਸਾਨੂੰ ਭੇਜ ਦੇ ਗਏ ਵੀ ਜਿਹੜੀ ਸਤਿਗੁਰ ਦੀ ਜੋ ਅਕਾਲ ਪੁਰਖ ਨਾਮ ਦੀ ਸੇਵਾ ਹੈ ਉਹ ਜੇਕਰ ਇਸ ਤਰ੍ਹਾਂ ਰੋਮ ਰੋਮ ਕਟਵਾ ਕੇ ਵੀ ਕਰਨੀ ਪਵੇ ਤਾਂ ਵੀ ਥੋੜੀ ਹੈ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਰੋਮ ਰੋਮ ਕੱਟ ਕੇ ਵੀ ਸੱਚੇ ਪਾਤਸ਼ਾਹ ਜੀ ਦੇ ਇਸ ਨਾਮ ਸੱਚ ਨੂੰ ਅਰਪਣ ਕਰ ਦਿੱਤਾ ਜਾਵੇ ਉਹ ਵੀ ਥੋੜਾ ਹੈ। ਹੁਣ ਉਹਨਾਂ ਦੀ ਇਹ ਮਹਾਨ ਸ਼ਹਾਦਤ ਕਿਸ ਦੇ ਪਿੱਛੇ ਹੋਈ ਵੀ ਸ਼ਬਦ ਗੁਰੂ ਦੀ ਸੇਵਾ ਤੋਂ ਅਸੀਂ ਡੋਲਾਂਗੇ ਨਹੀਂ। ਜੇ ਤੁਸੀਂ ਕਹੋ ਕਿ ਜੋ ਕੂੜ ਦਾ ਧਰਮ ਤੁਸੀਂ ਬਣਾਇਆ ਹੋਇਆ ਹੈ ਵੀ ਸਾਡੇ ਤਰ੍ਹਾਂ ਇਸਲਾਮ ਦੇ ਜਿਹੜੇ ਇਹ ਨਿਯਮ ਨੇ ਇਹਨਾਂ ਨੂੰ ਧਾਰਨ ਕਰੋ, ਪੱਥਰ ਦੀ ਸੇਵਾ ਕਰੋ, ਉਹ ਕਹਿੰਦੇ ਇਹ ਸਾਰੀ ਕਾਲ ਦੀ ਸੇਵਾ। ਅਸੀਂ ਕੂੜ ਦਾ ਧਰਮ ਨਹੀਂ ਅਪਣਾਵਾਂਗੇ, ਅਸੀਂ ਸੱਚ ਦਾ ਧਰਮ ਅਪਣਾਵਾਂਗੇ। ਜੇ ਤੁਸੀਂ ਕਹਿ ਦਿਓ ਵੀ ਸ਼ੀਆ ਬਣ ਜਾਓ, ਸੁੰਨੀ ਬਣ ਜਾਓ, ਸਾਡੇ ਰਾਜ ਦੇ ਨਾਲ ਹੱਥ ਮਿਲਾ ਲਓ। ਅੱਜ ਆਪਾਂ ਦੇਖਦੇ ਹਾਂ ਅੱਜ ਸਰਕਾਰਾਂ ਦੇ ਨਾਲ ਸਮਝੌਤੇ ਕਰਕੇ ਆਪਦੇ ਈਮਾਨ ਵੇਚ ਕੇ ਪੈਸੇ ਦੀ ਖਾਤਰ, ਚੰਦ ਪੈਸਿਆਂ ਦੀ ਖਾਤਰ ਕਿੰਨੀਆਂ ਵੱਡੀਆਂ ਸ਼ੌਹਰਤਾਂ ਹਾਸਲ ਕੀਤੀਆਂ ਜਾਂਦੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਕਿਹਾ ਸੀ ਤੁਹਾਡੇ ਪਿੱਛੇ ਇੰਨੀ ਸੰਗਤ ਹੈ, ਤੁਸੀਂ ਜਿਹੜਾ ਉਸ ਵਕਤ ਦੇ ਟੈਕਸ ਨੂੰ ਜਜੀਆ ਕਿਹਾ ਜਾਂਦਾ ਸੀ, ਤੁਸੀਂ ਟੈਕਸ ਦੀ ਸਾਡੇ ਨਾਲ ਜਿਹੜੀ ਹੈ ਫੇਰ ਬਦਲ ਕਰ ਲਓ, ਹਿੱਸੇਦਾਰੀ ਕਰ ਲਓ, ਅਸੀਂ ਤੁਹਾਨੂੰ ਨਹੀਂ ਛੇੜਦੇ, ਤੁਸੀਂ ਆਪ ਦਾ ਕਾਰਜ ਕਰੀ ਜਾਓ, ਅਸੀਂ ਆਪ ਦਾ ਕਰੀ ਜਾਵਾਂਗੇ। ਮਹਾਰਾਜ ਨੇ ਈਮਾਨ ਨਹੀਂ ਵੇਚਿਆ। ਈਮਾਨ ਦੇ ਉੱਪਰ ਹੀ ਧਰਮ ਖੜਦਾ ਹੈ। ਜਿਹੜਾ ਸਾਡਾ ਜ਼ਮੀਰ ਹੈ, ਜ਼ਮੀਰ ਦੇ ਉੱਪਰ ਧਰਮ ਦੀ ਵਿਉਂਤ ਖੜਦੀ ਹੈ, ਜ਼ਮੀਰ ਦੇ ਉੱਪਰ ਹੀ ਸੱਚ ਖੜਦਾ। ਜਦੋਂ ਜ਼ਮੀਰ ਮਰ ਗਿਆ ਸੱਚ ਕਿੱਥੇ ਖੜੂਗਾ? ਦੋ ਹੀ ਚੀਜ਼ਾਂ ਹੈ, ਜ਼ਮੀਰ ਧਰਮ ਦੇ ਕੋਲ ਹੈ ਔਰ ਮਰਿਆ ਹੋਇਆ ਜ਼ਮੀਰ ਜਿਹੜਾ ਹੈ, ਜਿਹੜਾ ਬੇਇਨਸਾਫੀ ਦੇ ਨਾਲ ਮੰਨ ਜਾਂਦਾ, ਉਹ ਕਾਲ ਦੇ ਕੋਲ ਹੈ। ਜਦੋਂ ਅਸੀਂ ਆਪ ਦਾ ਜ਼ਮੀਰ ਤੋੜ ਦਿੱਤਾ, ਜਦੋਂ ਆਪ ਦਾ ਅਸੀਂ ਹੱਕ ਛੱਡ ਦਿੱਤਾ, ਤੇ ਫਿਰ ਤਾਂ ਕਾਲ ਨੇ ਹਾਵੀ ਹੋਣਾ। ਉਹਨਾਂ ਨੇ ਜ਼ਮੀਰ ਨਹੀਂ ਛੱਡੀ। ਔਰ ਸੱਚੇ ਪਾਤਸ਼ਾਹ ਜੀ ਦੇ ਉਹ ਨਾਮ ਤੇ ਸੱਚ ਦੇ ਸੋਇਲੇ ਆਪਾਂ ਦੇਖਦੇ ਹਾਂ ਕਿ ਜਹਾਂਗੀਰ ਦੇ ਕੋਲ ਇੰਨੀ ਤਾਕਤ ਸੀ, ਇੰਨੀ ਵੱਡੀ ਸੈਨਾ ਸੀ ਕਿ ਉਹਨੇ ਪਾਤਸ਼ਾਹ ਦੀ ਦੇ ਜੋ ਦ੍ਰਿਸ਼ਟਮਾਨ ਸਰੀਰ ਦੇ ਉੱਪਰ ਤਸ਼ੱਦਦ ਕੀਤੀ, ਸ਼ਹੀਦੀ ਦਿੱਤੀ। ਪਰ ਫਿਰ ਵੀ ਅੱਜ ਬੋਲਬਾਲਾ ਸਤਿਗੁਰੂ ਜੀ ਦਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਜੁਗ ਜੁਗ ਉਸਤਤ ਹੋ ਰਹੀ ਹੈ। ਹੁਣ ਆਪਾਂ ਉਹਨਾਂ ਦੀ ਸ਼ਹੀਦੀ ਤੋਂ ਕੀ ਸਿੱਖਿਆ ਹੈ? ਜਿਨ੍ਹਾਂ ਨੇ ਸ਼ਬਦ ਗੁਰੂ ਨਾਮ ਸੱਚ ਅਕਾਲ ਪੁਰਖ ਦੀ ਸੇਵਾ ਦੇ ਪਿੱਛੇ ਇੰਨੀਆਂ ਸ਼ਹੀਦੀਆਂ ਦਿੱਤੀਆਂ। ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਪੰਜਵੇਂ ਪਾਤਸ਼ਾਹ ਤੋਂ ਬਾਅਦ ਸ਼ਹੀਦੀਆਂ ਦਾ ਦੌਰ ਸ਼ੁਰੂ ਹੋ ਗਿਆ। ਅਨੇਕਾਂ ਸ਼ਹੀਦੀਆਂ ਹੋਈਆਂ, ਬੰਦ ਕਟਵਾਏ ਗਏ, ਚਰਖੜੀਆਂ ਤੇ ਚੜੇ, ਆਰਿਆਂ ਦੇ ਨਾਲ ਚੀਰਿਆ ਗਿਆ, ਸਰੀਰਾਂ ਨੂੰ ਧਰਤੀ ਦੇ ਵਿੱਚ ਗੱਡ ਕੇ ਉੱਪਰੋਂ ਉਹਨਾਂ ਦੇ ਧੜ ਉਡਾ ਦਿੱਤੇ ਗਏ, ਤੋਪ ਗੋਲਿਆਂ ਦੇ ਨਾਲ ਉਡਾ ਦਿੱਤੇ ਗਏ, ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਕਿਸ ਦੇ ਪਿੱਛੇ? ਕਿ ਇੱਕ ਅਕਾਲ ਪੁਰਖ ਦੀ ਸੇਵਾ ਨਹੀਂ ਅਸੀਂ ਛੱਡਾਂਗੇ। ਆਪ ਜੀ ਭਲੀ ਭਾਂਤੀ ਜਾਣਦੇ ਹੋ ਕਿ ਜੋ 10ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਪਿਆਲਾ ਸਾਜ ਕੇ ਜਿਹੜੇ 5 ਕਕਾਰ ਆ ਉਹ ਸਾਨੂੰ ਬਾਅਦ ਵਿੱਚ ਦਿੱਤੇ ਐ, ਪਰ ਸ਼ਹੀਦੀਆਂ ਪਹਿਲਾਂ ਸ਼ੁਰੂ ਹੋ ਗਈਆਂ। ਉਹ ਕਿਸ ਗੱਲ ਤੋਂ ਸ਼ਹੀਦੀਆਂ ਸ਼ੁਰੂ ਹੋਈਆਂ? ਵੀ ਸ਼ਬਦ ਗੁਰੂ ਦੀ ਸੇਵਾ ਕਰਾਂਗੇ, ਅਕਾਲ ਪੁਰਖ ਦੇ ਸੇਵਾਦਾਰ ਬਣ ਕੇ ਰਹਾਂਗੇ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਦੇ ਨਾਲ ਨਿਭਾਵਾਂਗੇ। ਫਿਰ ਆਪਾਂ ਉਹਨਾਂ ਸ਼ਹੀਦੀਆਂ ਦੇ ਸਦਕਾ ਇਸ ਸੰਸਾਰ ਦੇ ਵਿੱਚ ਅੱਜ ਸੁਖ ਭੋਗ ਰਹੇ ਹਾਂ। ਸਾਡੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ, ਪੰਥ ਦੀਆਂ ਜੜ੍ਹਾਂ ਲਾਈਆਂ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮਿਆਂ ਨੇ, ਬਾਬਾ ਦੀਪ ਸਿੰਘ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸੂਰਮਿਆਂ ਨੇ ਜਗੀਰਦਾਰਾਂ ਦੇ ਕੋਲੋਂ, ਚੋਰਾਂ ਡਾਕੂਆਂ ਦੇ ਕੋਲੋਂ ਖੋਹ ਕੇ ਸਾਨੂੰ ਜ਼ਮੀਨਾਂ ਬਖਸ਼ੀਆਂ, ਜਾਇਦਾਦਾਂ ਬਖਸ਼ੀਆਂ, ਘਰ-ਬਾਰ ਬਖਸ਼ੇ, ਧਰਮ ਬਖਸ਼ਿਆ, ਗੁਰਮੰਤਰ ਬਖਸ਼ਿਆ, ਬ੍ਰਹਮ ਦਾ ਗਿਆਨ ਬਖਸ਼ਿਆ, ਸਾਨੂੰ ਅਮੀਰੀਆਂ ਬਖਸ਼ੀਆਂ, ਰਾਜ ਬਖਸ਼ੇ। ਕਿੰਨਾ ਵੱਡਾ ਪੰਜਾਬ ਬਣਾ ਕੇ ਦਿੱਤਾ ਸਾਨੂੰ, ਜਿਸ ਦੇ ਵਿੱਚ ਪਹਾੜ ਵੀ ਸੀ, ਜਿਸ ਦੇ ਵਿੱਚ ਨਦੀਆਂ, ਸੋਮੇ, ਸਮੁੰਦਰ, ਝੀਲਾਂ ਸਭ ਕੁਝ ਸੀ। ਕਿੰਨਾ ਵੱਡਾ ਖੇਤਰਫਲ ਬਣਾ ਕੇ ਦਿੱਤਾ, ਕਿੰਨੀ ਵੱਡੀ ਬਨਸਪਤੀ ਦਿੱਤੀ, ਮਨ ਦਾ ਰਾਜ ਦਿੱਤਾ, ਬ੍ਰਹਮ ਦਾ ਗਿਆਨ ਦਿੱਤਾ। ਪਰ ਅਸੀਂ ਅੱਜ ਕੀ ਦੇਣਾ ਦਿੱਤਾ? ਅੱਜ ਸਾਡਾ ਇਹ ਹਸ਼ਰ ਕਿਉਂ ਹੋਇਆ? ਅੱਜ ਅਸੀਂ ਕਮਜ਼ੋਰੀ ਦੇ ਵਿੱਚ ਕਿਉਂ ਆ ਰਹੇ ਹਾਂ? ਅੱਜ ਸਾਡੇ ਵਿੱਚ ਧੜੇ ਕਿਉਂ ਬਣ ਰਹੇ ਆ? ਕਿਉਂਕਿ ਜਿਹੜੀਆਂ ਦਿੱਤੀਆਂ ਹੋਈਆਂ ਸਤਿਗੁਰ ਦੀਆਂ ਦਾਤਾਂ ਸੀ, ਉਹਨਾਂ ਦੇ ਨਾਲ ਤਾਂ ਪਿਆਰ ਪਾ ਲਿਆ, ਸਤਿਗੁਰ ਨੂੰ ਭੁੱਲ ਗਏ। ਜੋ ਸ਼ਬਦ ਦੀ ਕਮਾਈ ਦੇ ਵਿੱਚੋਂ ਇਹ ਦਾਤ ਪ੍ਰਗਟ ਹੋਈ, ਸ਼ਬਦ ਦੀ ਅਡੋਲਤਾ ਉਸ ਤਰ੍ਹਾਂ ਰਹੀ
1500 ਤੋਂ ਸਤਿਗੁਰ ਜੀ ਨੇ ਪ੍ਰਚਾਰ ਸ਼ੁਰੂ ਕੀਤਾ। 1708 ਦੇ ਵਿੱਚ ਦਸਵੇਂ ਪਾਤਸ਼ਾਹ ਜੀ ਘਰ ਵਾਪਸੀ ਕਰਦੇ ਐ। 208 ਸਾਲ ਦੇ ਵਿੱਚ ਲੱਖਾਂ ਸ਼ਹੀਦੀਆਂ ਹੁੰਦੀਆਂ ਨੇ, ਪਰ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਇਮਾਰਤਾਂ ਇਹ ਨਹੀਂ ਬਣਾਈਆਂ ਗਈਆਂ। ਜੇ ਆਪਾਂ ਕਹਿ ਲਈਏ ਉਦੋਂ ਸ਼ਹੀਦੀਆਂ ਹੁੰਦੀਆਂ ਸੀ ਤੇ ਸਿੱਖ ਬਣਦੇ ਸੀ, ਮਾਇਆ ਪਾਸੇ ਜ਼ੋਰ ਨਹੀਂ ਸੀ ਦਿੱਤਾ ਜਾਂਦਾ। ਪਰ ਉਹਨਾਂ ਦੇ ਜਾਣ ਤੋਂ ਬਾਅਦ ਆ 300 350 ਸਾਲ ਦਾ ਸਮਾਂ ਹੋਇਆ ਹੈ। ਅੱਜ ਇਮਾਰਤਾਂ ਬਣ ਗਈਆਂ, ਜ਼ਮੀਨਾਂ ਜਾਇਦਾਦਾਂ ਬਣ ਗਈਆਂ, ਸੁੱਖ ਆ ਗਏ, ਕੋਠੀਆਂ ਕਾਰਾਂ ਬਣ ਗਈਆਂ, ਪਰ ਸਿੱਖ ਮਾਫ ਕਰਿਓ ਬਹੁਤ ਵਿਰਲੇ ਹੈ। ਅਸੀਂ ਮਾਇਆ ਦੇ ਉੱਪਰ ਜ਼ੋਰ ਦੇ ਦਿੱਤਾ, ਅਸੀਂ ਧੜਿਆਂ ਦੇ ਵਿੱਚ ਆ ਗਏ। ਕਿਉਂ? ਅਸੀਂ ਗੁਰਮੰਤਰ ਦੀ ਸੇਵਾ ਕਰਨੀ ਭੁੱਲ ਗਏ। ਜਦੋਂ ਸ਼ਬਦ ਦੀ ਕਮਾਈ ਖਤਮ ਹੋ ਗਈ ਤੇ ਥੰਮਾ ਕਿਸ ਦੇ ਸਿਰ ਤੇ ਲੱਗੂਗਾ? ਜਦੋਂ ਸ਼ਬਦ ਦੀ ਤਾਕਤ ਨਹੀਂ ਹੈ, ਇੱਕ ਗੁਰਸਿੱਖ ਨਾਮ ਜਪ ਦਾ ਅਭਿਆਸ ਕਰਨਾ ਛੱਡ ਗਿਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਮੱਥਾ ਟੇਕਣ ਤੱਕ ਸੀਮਤ ਆ। ਇਹ ਨਹੀਂ ਪਤਾ ਵੀ ਬਹੁਤੇ ਜੀਵਾਂ ਨੂੰ ਤਾਂ ਇਹ ਨਹੀਂ ਪਤਾ ਵੀ ਮਹਾਰਾਜ ਦੇ ਅੰਗ ਕਿੰਨੇ। ਗੁਰਬਾਣੀ ਬੜੀ ਦੂਰ ਦੀ ਗੱਲ ਹੈ। ਮਹਾਰਾਜ ਦੇ ਅੰਗ ਕਿੰਨੇ ਹੈ, ਮਹਾਰਾਜ ਦੇ ਵਿੱਚ ਰਾਗ ਕਿੰਨੇ ਹੈ, ਮਹਾਰਾਜ ਦੇ ਵਿੱਚ ਕਿੰਨੇ ਗੁਰਮੁਖਾਂ ਦੀ ਬਾਣੀ ਹੈ, ਕਿਸੇ ਨੂੰ ਨਹੀਂ ਪਤਾ। ਬਹੁਤ ਘੱਟ ਗੁਰਮੁਖਾਂ ਨੂੰ ਪਤਾ ਵੀ ਮਹਾਰਾਜ ਦੇ ਵਿੱਚ 10 ਗੁਰੂਆਂ ਦੀ ਬਾਣੀ ਹੈ ਜਾਂ ਘੱਟ ਗੁਰੂਆਂ ਦੀ ਬਾਣੀ ਹੈ, ਸਾਨੂੰ ਇਹੀ ਨਹੀਂ ਪਤਾ। ਤੇ ਫਿਰ ਅਸੀਂ ਮਹਾਰਾਜ ਨੂੰ ਕਹਿੰਦੇ ਦਾਤਾਂ ਦੇ ਦਿਓ। ਉਹਨਾਂ ਨੇ ਕੱਲਾ ਸਾਨੂੰ ਐਸ ਫਰੋਖਤ ਤੀਰ ਨਹੀਂ ਫੜਾਏ, ਪਹਿਲੋਂ ਬਾਣੀ ਫੜਾਈ ਹੈ, ਬਾਣੀ ਦੀ ਕਮਾਈ ਕਰਾ ਕੇ ਤੀਰ ਫੜਾਏ। ਜੰਗ ਯੁੱਧ ਪਹਿਲੇ ਪਾਤਸ਼ਾਹ ਵੀ ਕਰ ਸਕਦੇ ਸੀ, ਪਰ ਨਹੀਂ, ਪਹਿਲੋਂ ਸਾਡਾ ਆਤਮਿਕ ਬਲ ਬਣਾਇਆ ਗਿਆ ਹੈ। 150 ਸਾਲ ਸ਼ਬਦ ਦੀ ਭਗਤੀ ਕਰਵਾ ਕੇ 6ਵੇਂ ਪਾਤਸ਼ਾਹ ਨੇ ਆ ਕੇ ਹਥਿਆਰ ਫੜਾਇਆ ਸਾਡੇ ਹੱਥ ਦੇ ਵਿੱਚ। ਆ ਜਿਹੜਾ ਚੋਲਾ ਅਸੀਂ ਪਾ ਕੇ ਬੈਠੇ ਆ, ਇਹ 6ਵੇਂ ਪਾਤਸ਼ਾਹ ਦੀ ਬਖਸ਼ਿਸ਼ ਹੈ, ਬੜੀ ਇਲਾਹੀ ਬਖਸ਼ਿਸ਼ ਹੈ। ਦਮਾਲੇ ਦੀ, ਮੀਰੀ ਪੀਰੀ ਦੇ ਸ਼ਸਤਰਾਂ ਦੀ, ਔਰ ਇਹ ਚੋਲਾ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ, ਇਹ 6ਵੇਂ ਪਾਤਸ਼ਾਹ ਨੇ ਕੀਤੀ ਹੈ। ਔਰ ਪਹਿਲ ਕਦੋਂ ਕੀਤੀ ਹੈ? ਜਦੋਂ 150 ਸਾਲ ਸ਼ਬਦ ਦਾ ਅਭਿਆਸ ਹੋ ਗਿਆ, ਗੁਰਬਾਣੀ ਦਾ ਅਭਿਆਸ ਹੋ ਗਿਆ, ਸ਼ਬਦ ਗੁਰੂ ਦੇ ਅਸੀਂ ਧਾਰਨੀ ਹੋ ਗਏ। ਜਦੋਂ ਦੇਖਿਆ ਵੀ ਇਹਨਾਂ ਦਾ ਆਤਮਿਕ ਬਲ ਹਜ਼ਾਰਾਂ ਕਰੋੜਾਂ ਦੇ ਨਾਲ ਲੜਨ ਦੇ ਵਿੱਚ ਸਮਰੱਥਾ ਰੱਖਦਾ, ਫਿਰ ਤੇਗ ਫੜਾਈ ਹੈ ਸਾਡੇ ਹੱਥ ਵਿੱਚ। ਅੱਜ ਅਸੀਂ ਕੱਲੀਆਂ ਤੇਗਾਂ ਫੜ ਕੇ ਕੀ ਕਰਾਂਗੇ ਜਦੋਂ ਸਾਡੇ ਅੰਦਰ ਤਾਂ ਆਤਮਿਕ ਬਲ ਹੀ ਨਹੀਂ ਹੈਗਾ। ਮਨ ਤਾਂ ਬਹੁਤਿਆਂ ਦੇ ਵਿੰਨੇ ਪਏ ਆ ਸ਼ਰਾਬਾਂ ਦੇ ਨਾਲ, ਮਨ ਤਾਂ ਬਹੁਤਿਆਂ ਦੇ ਵਿੰਨੇ ਪਏ ਆ ਪੋਸਤ ਫੀਮ ਤੇ ਭੁੱਕੀਆਂ ਦੇ ਨਾਲ, ਤੇ ਕੌਣ ਯੁੱਧ ਕਰੂਗਾ? ਉੱਪਰੋਂ ਸਾਰੇ ਕਹਿ ਦੇਣਗੇ ਜਗ ਕਊਆ ਮੁਖ ਚੁੰਝ ਗਿਆਨ, ਸਭਾ ਬਿਠਾ ਲਓ, ਸਲਾਹਾਂ ਦੇ ਦੇਣਗੇ, ਗਿਆਨ ਦੇ ਦੇਣਗੇ, ਝਗੜਾ ਕਰ ਲੈਣਗੇ, ਆਪ ਦੀ ਧੜੇਬੰਦੀ ਨੂੰ ਵਧੀਆ ਸਮਰੱਥ ਕਰ ਲੈਣਗੇ, ਪਰ ਸ਼ਬਦ ਦੀ ਕਮਾਈ ਕੋਈ ਨਹੀਂ ਕਰਦਾ। ਤੇ ਗੁਰੂ ਪਿਆਰਿਓ, ਅਸੀਂ ਭੁੱਲਦੇ ਜਾਂਦੇ ਆ, ਸਾਡੀ ਕੌਮ, ਸਾਡਾ ਪੰਥ, ਸਾਡੀ ਸਿੱਖੀ ਸ਼ਬਦ ਦੀ ਕਮਾਈ ਦੇ ਵਿੱਚੋਂ ਨਿਕਲੀ ਹੋਈ ਹੈ। ਅਸੀਂ ਆਪ ਦਾ ਮੂਲ ਛੱਡ ਦਿੱਤਾ ਗੁਰੂ ਪਿਆਰਿਓ। ਅਸੀਂ ਗੁਰਮੰਤਰ ਦੀ ਕਮਾਈ ਤੋਂ ਬਿਨਾਂ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਆਪ ਦੇ ਭਾਗਾਂ ਦੀ ਕਮਾਈ ਖਾ ਗਏ ਹਾਂ। ਵਾਹਿਗੁਰੂ, ਇੱਕ ਗੁਰਸਿੱਖ ਦਾ ਫਰਜ਼ ਸੀਗਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਦਾ ਅਭਿਆਸ ਕਰਕੇ, ਬਾਣੀ ਦਾ ਅਭਿਆਸ ਪੜ੍ਹ ਕੇ ਉਪਰੰਤ ਉਹ ਆਪਦੇ ਦਿਨ ਦਾ ਕਾਰਜ ਸ਼ੁਰੂ ਕਰੇ। ਅੱਜ ਅਸੀਂ ਕਿੰਨੇ ਕੁ ਗੁਰਸਿੱਖ ਆ ਵੀ ਜਿਹੜਾ ਗੁਰਮੰਤਰ ਦੀ ਕਮਾਈ ਕਰਦੇ ਆ? ਪੰਜ ਪਿਆਰਿਆਂ ਨੇ ਸਾਨੂੰ ਗੁਰਮੰਤਰ ਦੇ ਦਿੱਤਾ, ਬਹੁਤੇ ਜੀਵ ਤਾਂ ਪੰਜਾਂ ਪਿਆਰਿਆਂ ਦਾ ਬਚਨ ਹੀ ਨਹੀਂ ਕਮਾ ਰਹੇ। ਖੰਡੇ ਬਾਟੇ ਦੀ ਪੌਲ ਛਕ ਲੈਨੇ ਆ, ਗੁਰਮੰਤਰ ਉੱਥੋਂ ਲੈ ਆਉਨੇ ਆ, ਪੰਜਾਂ ਬਾਣੀਆਂ ਦਾ ਸਾਨੂੰ ਹੁਕਮ ਹੋ ਜਾਂਦਾ, ਪਰ ਬਹੁਤੇ ਜੀਵ ਤਾਂ ਇਹ ਦਾਤ ਲੈਣ ਤੋਂ ਬਾਅਦ ਵੀ ਸ਼ਬਦ ਦੀ ਕਮਾਈ ਨਹੀਂ ਕਰਦੇ। ਅਸੀਂ ਸ਼ਬਦ ਦੀ ਕਮਾਈ ਦੀ ਤਾਕਤ ਦੇ ਵਿੱਚੋਂ ਨਿਕਲੇ ਹੋਏ ਆ। ਕਦੇ ਸੋਚ ਕੇ ਤਾਂ ਦੇਖੋ ਵੀ ਇੱਕ ਇਨਸਾਨ 1.25 ਲੱਖ ਦੇ ਨਾਲ ਕਿਵੇਂ ਲੜ ਸਕਦਾ? ਕਹਾਣੀ ਤਾਂ ਸਾਰਿਆਂ ਨੂੰ ਸੋਹਣੀ ਲੱਗਦੀ ਹੈ ਜੀ, ਸੁਣਾਓ ਕਿਵੇਂ ਲੜੇ ਸੀ, ਪਰ ਲੜੇ ਕਿਵੇਂ ਸੀ? ਸ਼ਬਦ ਦੀ ਕਮਾਈ ਦੀ ਤਾਕਤ ਇੰਨੀ ਹੋ ਚੁੱਕੀ ਸੀ। ਇਹ ਨਹੀਂ ਵੀ ਉਹ ਮਾਸ ਮੀਟ ਖਾ ਕੇ ਜਾਂ ਸ਼ਰਾਬਾਂ ਪਿਆ ਕੇ ਲੜਾਏ ਗਏ ਸੀ। ਸ਼ਰਾਬ ਤਾਂ ਆਤਮਿਕ ਬਲ ਖਤਮ ਕਰਦੀ ਹੈ, ਮਾਸ ਮੀਟ ਆਤਮਿਕ ਬਲ ਖਤਮ ਕਰਦੇ ਹੈ। ਉਹ ਤਾਂ ਇੱਕ ਮੁੱਠ ਛੋਲਿਆਂ ਦੇ ਬੁੱਕ ਖਾ ਕੇ, ਦਾਣੇ ਖਾ ਕੇ, ਛੋਲਿਆਂ ਨੂੰ ਖਾ ਕੇ ਉਹਨਾਂ ਨੇ ਇੰਨੀਆਂ ਇੰਨੀਆਂ ਵੱਡੀਆਂ ਲੜਾਈਆਂ ਲੜੀ। ਆਪਾਂ ਜਾਣਦੇ ਹਾਂ ਉਹਨਾਂ ਦੀ ਇੰਨੀ ਵੱਡੀ ਫੌਜ ਸੀ, ਬਾਹਰੋਂ ਖਾਣ ਪੀਣ ਦੀ ਸਾਰੀ ਸਹੂਲਤ ਬੰਦ ਕਰ ਦਿੱਤੀ, ਘੇਰਾਬੰਦੀ ਕਰ ਲਈ ਗਈ। ਕੀ ਉੱਥੇ ਮਾਸ ਵੱਢਿਆ ਜਾਂਦਾ? ਕੀ ਉੱਥੇ ਸ਼ਰਾਬ ਪਰੋਸੀ ਜਾਂਦੀ? ਬਹੁਤਾ ਦੂਰ ਨਾ ਜਾਈਏ, ਜਿਹੜੇ ਦਿਹਾੜੇ ਚੱਲ ਰਹੇ ਐ, ਬਹੁਤਾ ਦੂਰ ਨਾ ਜਾਈਏ ਤੇ ਆਪਾਂ 84 ਵਿੱਚ ਦੇਖੀਏ ਜਦੋਂ ਘੇਰਾਬੰਦੀ ਕਰ ਲਈ ਗਈ ਦਰਬਾਰ ਸਾਹਿਬ ਦੀ, ਤੇ ਅੰਦਰ ਮਾਸ ਮੀਟ ਪਰੋਸ ਸਕਦੇ ਸੀ? ਅੰਦਰ ਦਮ ਲੈਣ ਨੂੰ ਵੀ ਜਗ੍ਹਾ ਨਹੀਂ ਸੀ ਹੈਗੀ।
ਪਾਣੀ ਬੰਦ ਕਰ ਦਿੱਤਾ ਗਿਆ, ਰਸਤਾਂ ਬੰਦ ਕਰ ਦਿੱਤੀਆਂ, ਬਸਤਾਂ ਬੰਦ ਕਰ ਦਿੱਤੀਆਂ। ਇਹ ਤਾਂ ਸਾਡੇ ਸਾਹਮਣੇ ਦੀ ਹੈ। ਉਸ ਵਕਤ ਤਾਂ ਰਾਜ ਹੀ ਬੜਾ ਵੱਡਾ ਸੀਗਾ। ਕੱਚੀ ਗੜੀ ਦੇ ਦੁਆਲੇ ਸਾਰਾ ਘੇਰਾਬੰਦੀ ਕਰਕੇ ਸਭ ਬੰਦ ਕਰ ਦਿੱਤਾ ਗਿਆ। ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਸ਼ਰਾਬ ਪੀ ਕੇ ਤੇ ਮਾਸ ਮੀਟ ਖਾ ਕੇ 1-1 ਸਵਾ ਲੱਖ ਤੇ ਭਰੇ? ਨਹੀਂ ਗੁਰੂ ਪਿਆਰਿਓ, ਇਹ ਧੋਖਾ ਹੋ ਰਿਹਾ ਗਿਆਨ ਦੇ ਵਿੱਚ ਸਾਡੇ ਨਾਲ। ਸ਼ਬਦ ਗੁਰੂ ਦੀ ਕਮਾਈ ਮਨ ਦੀ ਤਾਕਤ ਦੇ ਨਾਲ 1-1 ਯੋਧਾ ਸਵਾ ਲੱਖ ਤੇ ਭਾਰੀ ਪੈਂਦਾ ਸੀ। 40 ਸਿੰਘਾਂ ਨੇ ਇੰਨੇ ਵੱਡੇ ਯੁੱਧ ਕੱਲੇ ਲੜੇ ਨਹੀਂ, ਜਿੱਤੇ, ਸ਼ਹੀਦੀਆਂ ਦਿੱਤੀਆਂ। ਤੇ ਸ਼ਹੀਦੀ, ਇੱਕ ਸਿੰਘ ਦੀ ਸ਼ਹੀਦੀ ਸਵਾ ਲੱਖ ਜਿਹੜਾ ਅੱਗੋਂ ਆਉਂਦਾ ਸੀਗਾ ਚੜ ਕੇ, ਉਹਦੇ ਤੇ ਭਾਰੀ ਪੈਂਦੀ ਸੀ। ਤੇ ਫਿਰ ਵੀ ਮੈਦਾਨੇ ਜੰਗ ਜਿੱਤੇ। ਅੱਜ ਆਪਾਂ ਕਿੱਥੇ ਤੱਕ ਚਲੇ ਗਏ? ਅਸੀਂ ਇੱਕ ਆਮ ਅਨਾੜੀ ਜੀਵ ਜਿਨ੍ਹਾਂ ਨੇ ਸਾਡੇ ਮਨ ਨੂੰ ਭੌ ਪਾ ਦਿੱਤਾ। ਉਹਨਾਂ ਨੂੰ ਪਤਾ ਵੀ ਇਹ ਗੁਰੂ ਦੇ ਸਿੱਖ ਨਹੀਂ, ਇਹ ਸ਼ਬਦ ਦੀ ਕਮਾਈ ਨਹੀਂ ਕਰਦੇ, ਇਹਨਾਂ ਦਾ ਅੰਦਰ ਅਨਹਦ ਬਾਣੀ ਦੇ ਨਾਲ ਧਿਆਨ ਨਹੀਂ ਜੁੜਿਆ ਹੋਇਆ। ਇਹਨਾਂ ਨੂੰ ਡਰਾ ਦਿਓ, ਭਾਈ ਤੇਰੇ ਘਰ ਤਾਂ ਕੋਈ ਭਾਰੀ ਚੀਜ਼ ਹੈ, ਉਹ ਤੇਰਾ ਵਾਧਾ ਨਹੀਂ ਹੋਣ ਦਿੰਦੀ। ਬਾਬਾ ਜੀ ਫੇਰ ਕੀ ਕਰੀਏ? ਸਰੋਂ ਦੇ ਤੇਲ ਦਾ ਦੀਵਾ ਬਾਲਿਆ ਕਰ। ਉਹ ਤੁਸੀਂ ਸਵਾ ਲੱਖ ਦੇ ਨਾਲ ਲੜਨ ਵਾਲੇ, ਸਰੋਂ ਦੇ ਤੇਲ ਦੇ ਦੀਵੇ ਦੇ ਨਾਲ ਤੁਸੀਂ ਹੁਣ ਲੜਾਈਆਂ ਕਰੋਗੇ? ਗੁਰੂ ਸਾਹਿਬ ਨੇ ਸਾਨੂੰ ਸਰੋਂ ਦੇ ਤੇਲ ਦੇ ਦੀਵੇ ਦਿੱਤੇ ਸੀ ਕਿ ਤੇਗਾਂ ਦਿੱਤੀਆਂ ਸੀਗੀਆਂ? ਸਾਨੂੰ ਚੋਲੇ ਬਖਸ਼ੇ ਸੀ, ਸਾਨੂੰ ਸ਼ਸਤਰ ਬਖਸ਼ੇ ਸੀ, ਸਾਨੂੰ ਗਿਆਨ ਬਖਸ਼ਿਆ ਸੀ ਕਿ ਸਾਨੂੰ ਆਹ ਲੂਣ ਦੀਆਂ ਥੈਲੀਆਂ ਤੇ ਝਾੜੂ ਦਿੱਤੇ ਸੀ ਵੀ ਇਹ ਚੜਾਇਆ ਕਰਿਓ? ਕੋਈ ਤਾਂ ਵਿਚਾਰ ਕਰੀਏ। ਆਪਾਂ ਮਹਾਰਾਜ ਦੀ ਸ਼ਹੀਦੀ ਮਨਾ ਰਹੇ ਹਾਂ, ਇੰਨੇ ਵੱਡੇ ਸ਼ਹੀਦਾਂ ਦੇ ਸਰਤਾਜ ਦੀ ਕਹਾਣੀ ਕਰ ਰਹੇ ਹਾਂ। ਕੁਛ ਤਾਂ ਵਿਚਾਰ ਕੇ ਦੇਖੀਏ, ਅਸੀਂ ਕਿਹਨਾਂ ਦੇ ਬੱਚੇ, ਅਸੀਂ ਕਿੱਧਰ ਜਾ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਟੁੱਟ ਕੇ ਅਸੀਂ ਕਿੱਧਰ ਜਾ ਰਹੇ ਹਾਂ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਹਜੇ ਵੀ ਵੇਲਾ ਵਕਤ ਵਿਚਾਰ ਲਓ। ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਢਹਿ ਪਾਓ, ਸਭ ਕਿਛ ਜਾਣੇ ਜਾਣ। ਗੁਰ ਮੰਤਰ ਦੀ ਕਮਾਈ ਕਰੀਏ, ਕਮਾਈ ਕਰਦਿਆਂ ਕਰਦਿਆਂ ਅੰਦਰ ਸੁਨ ਸਹਿਜ ਦੇ ਵਿੱਚ ਬੈਠੀਏ, ਉਹਨਾਂ ਅਨਹਦ ਬਾਣੀ ਦੇ ਸ਼ਬਦਾਂ ਨੂੰ ਸੁਣੀਏ। ਸਾਡੀ ਦੇਹੀ ਦੇ ਵਿੱਚ ਵੱਜ ਰਹੇ ਆ ਹਰ ਵਕਤ, ਜਿਸ ਨੂੰ ਬਾਣੀ ਦੇ ਵਿੱਚ ਦਸਵਾਂ ਘਰ ਕਿਹਾ। ਅਗਮ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਮ ਦਵਾਰ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ। 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ। ਇਸ ਸਰੀਰ ਨੂੰ ਗੁਰਮੰਤਰ ਦੁਆਰਾ ਸਹਿਜ ਕਰਕੇ ਸੁਨ ਸਮਾਧ ਦੇ ਵਿੱਚ ਆਪ ਦੀ ਸੁਰਤੀ ਨੂੰ ਲੈ ਜਾਓ, ਜਿੱਥੇ ਅੰਦਰ ਲਗਾਤਾਰ ਅਨਹਦ ਵਾਜੇ ਵੱਜ ਰਹੀ ਹੈ। ਜਿਵੇਂ ਰਬਾਬ ਦੀ ਧੁਨ ਹੈ, ਪਖਾਵਜ ਦੀ ਧੁਨ ਹੈ, ਢੋਲਕੀਆਂ ਦੀ ਧੁਨ ਹੈ, ਘੁੰਗਰੂਆਂ ਦੀ ਧੁਨ ਹੈ, ਲਗਾਤਾਰ ਸਾਡੇ ਅੰਦਰ ਵੱਜ ਰਹੇ ਆ ਵਾਜੇ। ਬਾਣੀ ਦੀ ਸ਼ਕਤੀ ਦੇ ਨਾਲ, ਗੁਰਮੰਤਰ ਦੀ ਤਾਕਤ ਦੇ ਨਾਲ ਵੱਡੇ ਵੱਡੇ ਦਲਿੱਦਰ ਰੋਗ ਦੂਰ ਹੋ ਜਾਂਦੇ ਆ। ਅੱਜ ਸਾਡੇ ਘਰ ਦੇ ਵਿੱਚ ਬਹੁਤ ਥੋੜੇ ਕੋ ਨਾਮ ਜਪਣ ਵਾਲੇ ਰਸੀਏ ਹੋਣਗੇ, ਕਲੇਸ਼ ਪੈਂਦਾ, ਦੁਬਦਾ ਪੈਂਦੀ ਹੈ। ਪਰਿਵਾਰ ਦੇ ਵਿੱਚ ਬੱਚੇ ਸਾਡੇ ਹੱਕ ਦੇ ਵਿੱਚ ਨਹੀਂ ਚੱਲਦੇ, ਘਰ ਦੇ ਵਿੱਚ ਨਸ਼ਾ ਕਾਇਮ ਹੋਇਆ ਹੋਇਆ, ਦੁਬਦਾ ਪੈਂਦੀ ਹੈ, ਭਾਈਆਂ ਵਿੱਚ ਨਹੀਂ ਬਣਦੀ। ਕਿਉਂ ਨਹੀਂ? ਕਿਉਂਕਿ ਮਨ ਦੇ ਵਿੱਚ ਵਿਚਾਰ ਫੁਰਨੇ ਇੰਨੇ ਵੱਧ ਗਏ, ਪੰਜਾਂ ਦੂਤਾਂ ਨੇ ਸਾਨੂੰ ਕਾਬੂ ਕਰ ਲਿਆ। ਤੇ ਜੇ ਅਸੀਂ ਸ਼ਬਦ ਦੀ ਕਮਾਈ ਕਰਦੇ ਹੁੰਦੇ, ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਤੇ ਜਮਾਂ ਦੀ ਸਾਡੇ ਘਰ ਦੇ ਵਿੱਚ ਜਗ੍ਹਾ ਨਹੀਂ ਸੀ ਲੱਭਣੀ, ਤੱਤੀ ਵਾਹ ਨਹੀਂ ਸੀ ਸਾਨੂੰ ਲੱਗਣੀ। ਇਸ ਕਰਕੇ ਗੁਰੂ ਪਿਆਰਿਓ, ਆਪ ਦੇ ਜੀਵਨ ਨੂੰ ਵਿਚਾਰੋ। ਸੁਬਾਹ ਉੱਠ ਕੇ ਬੇਸ਼ੱਕ ਮੂੰਹ ਧੋਤਾ ਜਾਂ ਨਹੀਂ, ਨਹਾਤੇ ਜਾਂ ਨਹੀਂ, ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਜਾਗ ਖੁੱਲ ਗਈ, ਅਸੀਂ ਬਿਸਤਰ ਤੇ ਪਏ ਆ, ਸਾਨੂੰ ਪਤਾ ਲੱਗ ਗਿਆ ਵੀ ਜਾਗ ਖੁੱਲ ਗਈ, ਨੀਂਦ ਖੁੱਲ ਗਈ। ਅੱਖਾਂ ਖੁੱਲਣ ਤੋਂ ਪਹਿਲਾਂ ਹੀ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਸਰੀਰ 'ਚ ਆ ਗਏ, ਉੱਥੇ ਲੰਮੇ ਪੈ ਹੀ ਬਿਨਾਂ ਕਿਸੇ ਵਹਿਮ ਤੋਂ ਵਿਚਾਰ ਤੋਂ ਆਪਾਂ ਸ਼ੁਰੂ ਕਰਨਾ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਲੰਮੇ ਪੈ ਉੱਥੋਂ ਗੁਰਮੰਤਰ ਦਾ ਅਭਿਆਸ ਸ਼ੁਰੂ ਕਰ ਲਓ। 5 ਮਿੰਟ ਕਰੋ, 10 ਮਿੰਟ ਕਰੋ। ਜਦੋਂ ਹੁਸ਼ਿਆਰੀ ਆ ਗਈ ਸਰੀਰ ਦੇ ਵਿੱਚ, ਚੌਂਕੜਾ ਲਾ ਕੇ ਸਿਰ ਦੇ ਉੱਪਰ ਕੱਪੜਾ ਲੈ ਕੇ ਬੈਠ ਜਾਓ। ਜਿੰਨਾ ਵੱਧੋ ਵੱਧ ਸਮਾਂ ਲੱਗਦਾ, ਘੰਟਾ 1.5 ਘੰਟਾ ਅਭਿਆਸ ਕਰਕੇ ਉਸ ਤੋਂ ਬਾਅਦ ਫਿਰ ਸਰੀਰ ਦੀ ਕਿਰਿਆ ਕਰੋ। ਉੱਠੋ, ਨਹਾਓ ਧੋ, ਫਿਰ ਬਾਣੀ ਪੜ੍ਹੋ। ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਸਣ, ਇਹਨਾਂ ਦੇ ਕੋਲ ਆ ਕੇ ਸੀਸ ਝੁਕਾਓ, ਮਹਾਰਾਜ ਦੀ ਬਾਣੀ ਤੋਂ ਹੁਕਮ ਲਓ, ਫਿਰ ਆਪ ਦਾ ਕਰਮ ਸ਼ੁਰੂ ਕਰੋ। ਕਰਮ ਕਰਦਿਆਂ ਵੀ ਨਾਲ ਨਾਲ ਗੁਰੂ ਮੰਤਰ ਦਾ ਅਭਿਆਸ ਕਰੋ। ਤੁਹਾਡੇ ਕੰਮ ਦੇ ਵਿੱਚ ਵਿਘਨ ਕਿਵੇਂ ਪੈ ਜਾਊਗਾ? ਸਾਡੇ ਘਰ ਕਿੱਥੋਂ ਪਹਿਰੇ ਲੱਗ ਜਾਣਗੇ? ਸਾਡੇ ਵਿੱਚ ਤਾਕਤ ਵੱਧ ਆ ਕਿ ਦੀਵੇ ਵਿੱਚ ਤਾਕਤ ਵੱਧ ਆ?
ਸਾਡੇ ਵਿੱਚ ਤਾਕਤ ਵਾਧਾ ਜੀ ਸਾਡੇ ਤੋਂ ਜਗ੍ਹਾ ਮੰਗਦਾ। ਕਹਿੰਦੇ ਜੀ ਕਿੱਥੋਂ ਮੰਗਦਾ? ਜਾਂ ਤਾਂ ਕਿੱਲੇ ਦੀ ਗੁੱਠ ਵਿੱਚੋਂ ਮੰਗੂਗਾ ਜਾਂ ਰਾਹ ਦੇ ਨਾਲੋਂ ਮੰਗੂਗਾ। ਜੀ ਉਹ ਗੁੱਠ ਮੰਗਦਾ ਵੀ ਸਾਰਾ ਕਿੱਲਾ ਪਿਆ, ਉਹਨੂੰ ਕਹੇ ਬਈ ਬੈਠ ਜਾ ਜਿੱਥੇ ਮਰਜੀ, ਮੈਂ ਕਿਹੜਾ ਰੋਕਦਾ ਤੈਨੂੰ। ਨਾ ਜੀ, ਇੱਥੋਂ ਜਗ੍ਹਾ ਮੰਗਦਾ। ਹੁਣ ਉਹ ਜਗ੍ਹਾ ਛੱਡਤੀ, ਭਰਮ ਪੈ ਗਿਆ। ਇੱਥੇ ਆਉਂਦਾ ਜੀ ਕੋਈ, ਇੱਥੇ ਬੋਲਦਾ ਜੀ ਕੋਈ। ਹੁਣ ਜਿਸ ਦੇ ਮਨ ਦੇ ਵਿੱਚ ਭਰਮ ਪੈ ਗਿਆ ਉਹ ਗੁਰੂ ਦੇ ਵਿੱਚ ਨਹੀਂ ਆਉਂਦਾ, ਉਹ ਗੁਰੂ ਦੀ ਸੇਵਾ 'ਚ ਨਹੀਂ ਆਉਂਦਾ। ਜੇ ਸ਼ਬਦ ਦੀ ਕਮਾਈ ਕਰਾਂਗੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਕੇ ਸਿਮਰਨ ਸਭ ਕਿਛ ਸੁਝੈ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਬਿਨਸੈ ਦੂਜਾ। ਮਹਾਰਾਜ ਕਹਿੰਦੇ ਸਾਰਾ ਗਿਆਨ ਸਾਰੀ ਪਾਵਰ ਉੱਥੇ ਆ ਜਾਂਦੀ ਹੈ ਜਿੱਥੇ ਸਿਮਰਨ ਚੱਲਦਾ ਹੋਵੇ। ਨਾ ਕੋਈ ਪੀਰ ਆਵੇ, ਨਾ ਪੈਗੰਬਰ ਆਵੇ, ਨਾ ਕੋਈ ਉੱਥੇ ਉਪਾਦ ਆਵੇ, ਨਾ ਵਿਆਦ ਆਵੇ। ਜਿੱਥੇ ਸ਼ਬਦ ਦੀ ਕਮਾਈ ਚੱਲ ਪਈ ਸਾਰਾ ਸਾਫ਼ ਹੋ ਜਾਂਦਾ। ਪਰ ਅਸੀਂ ਕਰਦੇ ਨਹੀਂ। ਹੁਣ ਆਪਾਂ ਕਰਨਾ ਸ਼ੁਰੂ ਕਰਨਾ ਹੈ। ਅਸੀਂ ਸ਼ਬਦ ਦੀ ਕਮਾਈ ਸ਼ੁਰੂ ਕਰਨੀ ਹੈ। ਸ਼ਹੀਦਾਂ ਦੇ ਸਰਤਾਜ ਦੇ ਸ਼ਹੀਦੀ ਪੁਰਬ ਦਾ ਲਾਹਾ ਸਾਨੂੰ ਤਾਂ ਮਿਲਣਾ ਵੀ ਸਾਡੇ ਪਿੱਛੇ ਨਾਮ ਦੇ ਅਭਿਆਸ ਪਿੱਛੇ, ਉਸ ਅਕਾਲ ਪੁਰਖ ਦੀ ਪੂਜਾ ਪਿੱਛੇ ਉਹਨਾਂ ਨੇ ਸ਼ਹੀਦੀਆਂ ਦੇ ਦਿੱਤੀਆਂ ਤੇ ਸਾਨੂੰ ਪ੍ਰਗਟ ਕੀਤਾ। ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਕਹਿੰਦੇ ਪੰਥ ਵਸ ਜਾਵੇ, ਅਸੀਂ ਉਜੜਦੇ ਉੱਜ ਜਾਈਏ, ਸਾਡੇ ਮਨ 'ਚ ਚਾਹ ਬੜਾ ਹੈ ਤੇ ਆਪਾਂ ਉਹਨਾਂ ਦੀ ਸੱਚੇ ਪਾਤਸ਼ਾਹ ਦੀ ਦੇਣੀ ਤਾਂ ਨਹੀਂ ਦੇ ਸਕਦੇ, ਪਰ ਉਹਨਾਂ ਦੇ ਕਹੇ ਮੁਤਾਬਕ ਚੱਲ ਕੇ ਉਹਨਾਂ ਦੇ ਹੁਕਮ 'ਚ ਪ੍ਰਵਾਨ ਹੋਏ। ਸੋ ਆਓ ਫਿਰ ਗੁਰੂ ਪਿਆਰਿਓ, ਦਿੱਤਾ ਹੋਇਆ ਸਮਾਂ ਨਜ਼ਦੀਕ ਹੈ। ਆਪਾਂ ਨੇਤਰ ਬੰਦ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ, ਇਸ ਸ਼ਬਦ ਦੇ ਨਾਲ ਜੁੜੀਏ ਔਰ ਜੋ ਸਾਡੇ ਮਨ ਦੇ ਵਿੱਚ ਭਰਮ ਭਾਵ ਵਿਸ਼ੇ ਵਿਕਾਰ ਨੇ ਸਾਰਿਆਂ ਨੂੰ ਛੱਡ ਕੇ, ਕਿਉਂਕਿ ਬਾਬੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਸਿੱਖ ਬਣਾਇਆ। ਸ਼ਬਦ ਜਪਣਾ, ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਸੁਣਨੀ, ਗੁਰਸਿੱਖਾਂ ਦਾ ਸੰਗ ਕਰਨਾ, ਇਤਿਹਾਸ ਦੀ ਵਿਚਾਰ ਕਰਨੀ, ਨਸ਼ੇ ਤੋਂ, ਦਲਿੱਦਰ ਤੋਂ, ਆਦ ਬਿਆਦ ਦੀਆਂ ਬਚਨਾਂ ਤੋਂ, ਆਦ ਬਿਆਦ ਦੇ ਬਚਨਾਂ ਤੋਂ ਅਸੀਂ ਬਚ ਕੇ ਰਹਿਣਾ ਹੈ। ਔਰ ਗੁਰਮੰਤਰ ਦਾ ਅਭਿਆਸ ਨਹੀਂ ਆਪਾਂ ਛੱਡਣਾ। ਬਾਣੀ, ਬਾਣਾ ਅਤੇ ਸ਼ਬਦ ਦੀ ਤਾਕਤ ਜੇਕਰ ਆਪਣੇ ਕੋਲ ਕੋਈ ਹੋਵੇਗੀ, ਕੋਈ ਵੀ ਵਿਪਰਤ ਤਾਕਤ, ਕੋਈ ਵਿਪਰਤ ਰਾਜਨੀਤਿਕ ਤਾਕਤ, ਕੋਈ ਵੀ ਬ੍ਰਹਿਮੰਡੀ ਤਾਕਤ ਸਾਡੇ ਉੱਪਰ ਅਸਰ ਨਹੀਂ ਕਰ ਸਕਦੀ। ਬਹੁਤਾ ਦੂਰ ਨਹੀਂ ਹੋਇਆ, ਆਪਾਂ ਦੇਖਦੇ ਹਾਂ ਵੀ ਸੂਰਮੇ ਜਿਨ੍ਹਾਂ ਨੇ ਗੁਰਬਾਣੀ ਦੇ ਧਾਰਨੀ ਸਨ, ਸ਼ਬਦ ਗੁਰੂ ਦੇ ਧਾਰਨੀ ਸਨ, ਵੱਡੀਆਂ ਵੱਡੀਆਂ ਸਰਕਾਰਾਂ ਦੇ ਨਾਲ ਮੱਥੇ ਲਾ ਕੇ ਉਹਨਾਂ ਨੇ ਝੁਕਾ ਦਿੱਤਾ। ਸਾਡੇ ਅੱਜ ਤੱਕ ਜਦੋਂ ਤੋਂ ਖਾਲਸਾ ਪੰਥ ਪ੍ਰਗਟ ਹੋਇਆ, ਸਰਕਾਰ ਨਾਲ ਹੀ ਮੱਥਾ ਲੱਗਿਆ। ਬਾਬਰ ਤੋਂ ਲੈ ਕੇ ਅੱਜ ਤਾਈਂ ਦੇਖ ਲਓ। ਪਰ ਉਦੋਂ ਅਸੀਂ ਜੰਗਾਂ ਜਿੱਤ ਜਾਂਦੇ ਸੀ, ਅੱਜ ਕਿਉਂ ਹਾਰੀ ਜਾਂਦੇ ਆ? ਇੰਨਾ ਫਰਕ ਆ ਗਿਆ ਬਸ। ਮੱਥਾ ਸਰਕਾਰ ਨਾਲ ਹੀ ਲੱਗਦਾ ਹੈ, ਪਰ ਉਦੋਂ ਜਿੱਤਦੇ ਸੀ 40-50 ਸੀ। ਅੱਜ ਤਾਂ ਆਪਣੇ ਕੋਲ ਗੱਡੀਆਂ, ਕਾਰਾਂ, ਟਰੈਕਟਰ, ਟਰਾਲੀਆਂ, ਕੋਠੀਆਂ ਸਭ ਕੁਝ ਆ ਗਿਆ। ਹੁਣ ਹਾਰਨ ਲੱਗ ਗਏ। ਉਦੋਂ ਕੁਝ ਵੀ ਨਹੀਂ ਸੀ, ਜਿੱਤ ਜਾਂਦੇ ਹੁੰਦੇ ਸੀ। ਕਿਉਂਕਿ ਉਦੋਂ ਗੱਡੀਆਂ, ਕਾਰਾਂ, ਟਰੈਕਟਰਾਂ ਦੇ ਨਾਲ ਨਹੀਂ ਸੀ ਯੁੱਧ ਜਿੱਤੇ, ਸ਼ਬਦ ਦੀ ਕਮਾਈ। ਤੇ ਜਦੋਂ ਸ਼ਬਦ ਦੀ ਕਮਾਈ ਦੇ ਨਾਲ ਗੁਰੂ ਸਾਹਿਬ ਜਫਰਨਾਮੇ ਦਾ ਬਚਨ ਵੀ ਛੱਡ ਦਿੰਦੇ ਹੁੰਦੇ ਸੀਗੇ ਨਾ, ਵੱਡੇ ਵੱਡੇ ਰਾਜੇ ਖਤਮ ਹੋ ਜਾਂਦੇ ਸੀ। ਇੰਨੀ ਤਾਕਤ ਹੁੰਦੀ ਹੈ ਸ਼ਬਦ ਦੀ ਕਮਾਈ। ਇਹ ਤੀਰ ਵੀ ਉਦੋਂ ਚੱਲਣਗੇ, ਇਹ ਹਥਿਆਰ ਵੀ ਉਦੋਂ ਚੱਲਣਗੇ ਜਦੋਂ ਸ਼ਬਦ ਦੀ ਕਮਾਈ ਹੋਊਗੀ। ਹੁਣ ਹਥਿਆਰ ਤਾਂ ਜਹਾਂਗੀਰ ਦੀ ਫੌਜ ਕੋਲ ਵੀ ਸੀ, ਹਥਿਆਰ ਤਾਂ ਔਰੰਗਜ਼ੇਬ ਦੀ ਫੌਜ ਕੋਲ ਵੀ ਸੀ, ਤੇ ਫੌਜਾਂ ਵੀ ਲੱਖਾਂ ਦੀ ਤਾਦਾਦ ਵਿੱਚ ਔਰ ਸਾਰੀਆਂ ਹਥਿਆਰਾਂ ਦੇ ਨਾਲ ਲੈਸ। ਪਰ ਉਹਨਾਂ ਦੇ ਹਥਿਆਰ, ਸਾਡੇ ਕੋਲ ਵੀ ਉਹੀ ਹਥਿਆਰ, ਉਹਨਾਂ ਕੋਲ ਵੀ ਉਹੀ ਹਥਿਆਰ। ਫਿਰ ਕੰਮ ਕਿਉਂ ਨਹੀਂ ਸੀ ਕਰਦੇ ਉਹਨਾਂ ਦੇ ਹਥਿਆਰ? ਉਹ 10 ਲੱਖ ਬੰਦਾ ਹਥਿਆਰ ਨਾਲ ਲੈਸ, ਅਸੀਂ 40 ਬੰਦੇ ਹਥਿਆਰ ਨਾਲ ਲੈਸ। ਹਥਿਆਰ ਦੀ ਕਲਾ ਹੈ ਕਿ ਗੁਰੂ ਦੀ ਕਲਾ ਹੈ? ਸ਼ਬਦ ਗੁਰੂ ਦੀ ਕਲਾ ਹੈ, ਹਥਿਆਰ ਦੀ ਕਲਾ ਨਹੀਂ ਹੈ। ਹਥਿਆਰ ਨੇ ਤਾਂ ਸ਼ਬਦ ਦੀ ਕਮਾਈ ਦੇ ਅੱਗੇ ਲੱਗ ਕੇ ਉਹਨਾਂ ਦੇ ਸੀਸ ਲਾਏ, ਪਾਪ ਦੇ ਸੀਸ ਲਾਏ। ਹਥਿਆਰ ਉਹਨਾਂ ਕੋਲ ਵੀ ਸੀ, ਪਰ ਸ਼ਬਦ ਦੀ ਕਮਾਈ ਨਹੀਂ ਸੀ। ਉਹ ਸ਼ਰਾਬ ਦੇ ਨਸ਼ੇ ਦੇ ਰੱਜੇ ਹੋਏ ਆ ਕੇ ਜੰਗਾਂ ਯੁੱਧਾਂ ਕਰਦੇ ਸੀ। ਅਸੀਂ ਸ਼ਬਦ ਗੁਰੂ ਦੇ ਰੱਜੇ ਹੋਏ ਸੀ ਤੇ ਹਥਿਆਰ ਫੜਦੇ ਸੀ ਤੇ ਪਾਪ ਦੇ ਸੀਸ ਲਾਉਂਦੇ ਸੀ। ਆਓ ਆਪਾਂ ਵੀ ਅੱਜ ਸ਼ਬਦ ਗੁਰੂ ਦੇ ਨਾਲ ਮਨ ਨੂੰ ਰਜਾਈਏ, ਵੱਧੋ ਵੱਧ ਅਭਿਆਸ ਕਰਕੇ। ਚਾਹੇ ਸਾਨੂੰ ਕੁਛ ਆਉਂਦਾ ਚਾਹੇ ਨਹੀਂ ਆਉਂਦਾ, ਪਰ ਗੁਰੂ ਮੰਤਰ ਦਾ ਅਭਿਆਸ ਨਹੀਂ ਆਪਾਂ ਛੱਡਣਾ। ਚਾਹੇ ਜਿੰਨੇ ਮਰਜ਼ੀ ਪਾਪ ਕਰੇ ਆਪਾਂ, ਪਰ ਸ਼ਬਦ ਗੁਰੂ ਦਾ ਅਭਿਆਸ ਅੱਜ ਤੋਂ ਅਪਣਾ ਲਓ। ਇੱਕ ਜੀਵ ਹੁੰਦਾ ਵੀ ਮੈਂ ਪਾਪੀ ਹਾਂ, ਪਰ ਮੈਂ ਪਾਪ ਛੱਡਣੇ ਚਾਹੁੰਦਾ, ਮੈਂ ਨਸ਼ਾ ਕਰਦਾ ਜੀ,
मैं नशा छड्डना चाहुंदा, मेरे ते गुरु साहब जी किरपा कर दिओ, दसो मैनू बचन करो, मैं पाप छड्डना चाहुंदा। वो आके लैण दे विच लग गया, गुरु उहदे ते किरपा कर दूगा। जे वो मन विच धारण कर लवे मैं छड्डना चाहुंदा, 5 मिनट तो वाहिगुरू कीता शुरू, 10 तो कीता, 15 कीता, 20 कीता, रोज दा 1-1 मिनट भी ਵਧਾਊਗਾ, साल दे विच 300 मिनट होण लग जू। 1-1 मिनट रोज दा ਵਧਾਉਂਦਾ ਜਾਵੇ, 1-1 मिनट भी रोज दा ਵਧਾਉਂਦਾ ਜਾਊਗਾ, साल विच 5-6 घंटिਆਂ ਦਾ ਅਭਿਆਸ ਬਣ ਜਾਂਦਾ। ਪਰ ਮੰਨੇ ਤਾਂ ਸਹੀ ਵੀ ਮੈਂ ਪਾਪੀ ਆ, ਮੈਂ ਛੱਡਣਾ ਚਾਹੁੰਦਾ। ਹੁਣ ਉਧਰੋਂ ਪਾਪ ਕਰਦਾ, ਉਧਰੋਂ ਨਸ਼ੇ ਕਰਦਾ, ਉਧਰੋਂ ਮਾੜੀਆਂ ਹਰਕਤਾਂ ਕਦੇ ਮੰਨਦਾ ਵੀ ਨਹੀਂਗਾ, ਉਹਦੇ ਤੇ ਗੁਰੂ ਕਿਵੇਂ ਕਿਰਪਾ ਕਰੇ। ਅਸੀਂ ਮੰਨ ਜਾਈਏ ਵੀ ਸੱਚੇ ਪਾਤਸ਼ਾਹ ਸਾਡੇ ਵਿੱਚ ਇਹ ਕਮੀ ਹੈ, ਤੁਸੀਂ ਕਿਰਪਾ ਕਰ ਦਿਓ। ਰੋਜ਼ ਇੱਥੇ ਆ ਕੇ ਗੁਰੂ ਘਰ ਗੁਰਸਿੱਖਾਂ ਦੀ ਸੰਗ ਕਰੋ, ਜੋ ਵੀ ਗੁਰਮੁਖ ਪਿਆਰੇ ਨਾਮ ਜਪਾਉਂਦੇ ਆ, ਕਥ ਕਥਾ ਦਾ ਵਿਚਾਰ ਕਰਦੇ ਆ, ਉਹਨਾਂ ਦਾ ਸੰਗ ਕਰੋ ਤੇ ਕਹੋ, ਵਾਰ-ਵਾਰ ਪਛਚਾਤਾਪ ਕਰੀ ਜਾਓ। ਹੌਲੀ ਹੌਲੀ ਗੁਰੂ ਇੰਨਾ ਸਮਰੱਥ ਹੈ ਕਿ ਬੜੇ ਬੜੇ ਵੱਡੇ ਪਾਪਾਂ ਦੇ ਸਮੂਹਾਂ ਨੂੰ ਖਤਮ ਕਰ ਦਿੰਦਾ। ਤੇ ਸਾਡੇ ਤਾਂ ਕਰਮ ਹੀ ਕੁਛ ਨਹੀਂ, ਪਰ ਮੰਨਣ ਦੀ ਅਵਸਥਾ ਵਿੱਚ ਆਈਏ। ਆਓ ਜੀ ਸਿਮਰਨ ਦਾ ਅਭਿਆਸ ਕਰਕੇ ਉਪਰੰਤ ਸਮਾਪਤੀ ਕਰੀਏ। ਗੁਰਮੁਖਾਂ ਨੇ 5:45 ਤੱਕ ਦਾ ਸਮਾਂ ਦੱਸਿਆ ਸੀਗਾ। ਇਸ ਤੋਂ ਬਾਅਦ ਅਸੀਂ ਸੰਗਤ ਦੇ ਦਰਸ਼ਨ ਕਰਨੇ ਆ ਜੀ ਲੁਧਿਆਣਾ ਸ਼ਹਿਰ ਵਿਖੇ। ਇੱਥੋਂ ਜਾਣਾ ਹੁਣ ਸਿੱਧਾ, ਔਰ ਆਪ ਜੀ ਦੇ ਨਾਲ ਅੱਜ ਰੂਬਰੂ ਕਰਵਾਇਆ ਹੈ, ਦਰਸ਼ਨ ਅਭਿਲਾਸ਼ ਕਰਵਾਏ ਹਨ। ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ। ਆਓ ਜੀ ਆਪਾਂ ਗੁਰੂ ਮੰਤਰ ਦਾ ਅਭਿਆਸ ਕਰਕੇ ਉਪਰੰਤ ਸਤਿਗੁਰੂ ਜੀ ਦੀ ਸਮਾਪਤੀ ਵੱਲ ਵਧਾਂਗੇ ਜੀ। ਆਓ ਜੀ ਕਰੋ ਸ਼ੁਰੂ ਜੀ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਦੋਂ ਅਸੀਂ ਇਸ ਤਰ੍ਹਾਂ ਗੁਰਮੰਤਰ ਦੇ ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜਨ ਲੱਗ ਗਏ, ਪਹਿਲੀ ਸਟੇਜ ਤੇ ਮਨ ਨਹੀਂ ਜੁੜਦਾ ਗੁਰਮੁਖ ਪਿਆਰਿਓ, ਇਹ ਵੀ ਸੱਚ ਹੈ। ਵਿਚਾਰ ਫੁਰਨੇ ਬਹੁਤ ਆਉਂਦੇ ਆ, ਬਾਣੀ ਪੜ੍ਹਦਿਆਂ ਮਨ ਕਿਤੇ ਦੀ ਕਿਤੇ ਨਿਕਲ ਜਾਂਦਾ, ਗੁਰਮੰਤਰ ਕਰਦਿਆਂ ਕਿਤੇ ਦੀ ਕਿਤੇ ਨਿਕਲ ਜਾਂਦਾ। ਇਹੀ ਕਮੀ ਨੂੰ ਦੂਰ ਕਰਨਾ ਹੈ। ਅਸੀਂ ਪਹਿਲੀ ਸਟੇਜ ਤੇ ਜਿਹੜਾ ਇਹ ਬੋਲ ਕੇ ਅਭਿਆਸ ਕਰਦੇ ਆ, ਤਾਂ ਹੀ ਕਰਦੇ ਆ ਵੀ ਉੱਚੀ ਆਵਾਜ਼ 'ਚ ਕਰਨਾ, ਵੀ ਜਦੋਂ ਮਨ ਨੂੰ ਫੁਰਨੇ ਆਉਣ ਉੱਚੀ ਆਵਾਜ਼ ਵਿੱਚ ਕਰਾਂਗੇ ਤੇ ਸਾਡਾ ਧਿਆਨ ਆਵਾਜ਼ ਦੇ ਵਿੱਚ ਆ ਜਾਊਗਾ। ਜਿਵੇਂ ਜਿਵੇਂ ਵਿਚਾਰ ਰੁਕਦੇ ਜਾਣ ਆਵਾਜ਼ ਨੂੰ ਸਹਿਜ ਕਰਦੇ ਜਾਓ। ਹੁਣ ਜਦੋਂ ਇਸ ਤਰ੍ਹਾਂ ਰੋਜ਼ ਦਾ ਰੋਜ਼ ਤੁਸੀਂ ਅਭਿਆਸ ਕਰਨ ਲੱਗ ਗਏ ਤੇ ਤੁਹਾਨੂੰ ਅੰਦਰੋਂ ਉਹ 5 ਸ਼ਬਦਾਂ ਦੀ ਤਾਕਤ ਸਤਿਗੁਰ ਦੇ ਦੇਣਗੇ
ਜਿਨ੍ਹਾਂ ਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਂ। ਉਹ ਪੰਜ ਸ਼ਬਦ ਅਨਹਦ ਰੂਪ ਦੇ ਵਿੱਚ ਅੰਦਰ ਵੱਜਦੇ ਆ, ਕਿਸੇ ਭਾਸ਼ਾ ਰੂਪ 'ਚ ਨਹੀਂ। ਜਦੋਂ ਪੰਜਾਂ ਸ਼ਬਦਾਂ ਦੀ ਅੰਦਰੋਂ ਤਾਕਤ ਆਉਣ ਲੱਗ ਗਈ, ਉਹਨਾਂ ਦੇ ਵਿੱਚੋਂ ਅੰਮ੍ਰਿਤ ਰਸ ਚੱਲਦਾ, ਸਾਡੇ ਮੁਖ ਦੇ ਵਿੱਚ ਮਿਠਾਸ ਚੱਲਦੀ। ਜਦੋਂ ਇਸ ਤਰ੍ਹਾਂ ਸ਼ਬਦ ਗੁਰੂ ਦੇ ਵਿੱਚ ਬਿਰਤੀ ਜੁੜਦੀ ਹੈ, ਬਿਰਤੀ ਜੁੜਨ ਤੇ ਅੰਦਰ ਅਨਹਦ ਸ਼ਬਦਾਂ ਦੀ ਪ੍ਰਗਾਸ ਹੁੰਦਾ ਹੈ, ਉਹਨਾਂ ਦੇ ਵਿੱਚ ਬਿਰਤੀ ਜੁੜਨ ਲੱਗ ਗਈ ਤੇ ਉਹ ਤਾਕਤ ਜਿਹੜੀ ਗੁਰੂ ਸਾਹਿਬ ਹੋਣਾ ਨੇ ਸਾਨੂੰ ਬਖਸ਼ੀ ਸੀ, ਉਹ ਸਾਡੇ ਵਿੱਚ ਮੁੜ ਬਹਾਲ ਹੋਣੀ ਸ਼ੁਰੂ ਹੋ ਜਾਏਗੀ। ਜਿਵੇਂ ਜਿਵੇਂ ਇੱਕ ਗੁਰਸਿੱਖ ਆਪ ਜਪੂਗਾ ਜਪਾਊਗਾ, ਆਪ ਦੇ ਅੰਦਰੋਂ ਅੰਮ੍ਰਿਤ ਰਸ ਅਨਹਦ ਬਾਣੀ ਦੀ ਤਾਕਤ ਪ੍ਰਾਪਤ ਕਰਦਾ ਜਾਊਗਾ, ਮੁੜ ਖਾਲਸਾ ਪੰਥ ਦੀ ਬਹਾਲੀ ਹੋਈ। ਔਰ ਜਿੰਨੀ ਦੇਰ ਤੱਕ ਅਸੀਂ ਜਪ ਨਹੀਂ ਕਰਦੇ, ਬਾਣੀ ਨੂੰ ਵਿਚਾਰਦੇ ਨਹੀਂ, ਪੜ੍ਹਦੇ ਨਹੀਂ, ਸਿਰਫ ਵਿਚਾਰਾਂ ਦੇ ਨਾਲ ਹੀ ਗੱਲਾਂ ਮਾਰੀ ਜਾ ਰਹੇ ਹਾਂ, ਇਹ ਬਹਾਲੀ ਨਹੀਂ ਹੋਏਗੀ, ਹੋਰ ਅਸੀਂ ਡਾਊਨ ਚਲੇ ਜਾਵਾਂਗੇ, ਹੋਰ ਅਸੀਂ ਕਮਜ਼ੋਰ ਹੋ ਜਾਵਾਂਗੇ। ਸੋ ਇਸ ਕਰਕੇ ਸ਼ਬਦ ਗੁਰੂ ਦੀ ਆਰਾਧਨਾ ਕਰਨੀ ਹੈ। ਮੜੀਆਂ ਮਸਾਣੀਆਂ ਇੱਧਰ ਉੱਧਰ ਦੀਆਂ ਜਿਹੜੀਆਂ ਬਾਤਾਂ ਹਨ ਜੋ ਸਾਨੂੰ ਭਰਮ ਦੇ ਵਿੱਚ ਲੈ ਕੇ ਜਾਂਦੀਆਂ, ਇਹਨਾਂ ਦੀਆਂ ਜੜ੍ਹਾਂ ਪੱਟਣੀਆਂ ਔਰ ਮਨ ਨੂੰ ਫਿਰ ਸੁਰਜੀਤ ਕਰਨਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਗੁਰੂ ਸੰਗਤ ਦਾ, ਜਿਨ੍ਹਾਂ ਨੇ ਬੜੀ ਇਕਾਗਰਤਾ ਦੇ ਨਾਲ, ਬੜੇ ਪਿਆਰ ਦੇ ਨਾਲ ਇਹ ਸਾਰੇ ਨਾਮ ਸੱਚ ਦੀ ਕਹਾਣੀ ਨੂੰ ਸਰਵਣ ਕੀਤਾ। ਆਪ ਜੀ ਦਾ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਾਹਿਬ ਦਾ, ਹੈੱਡ ਗ੍ਰੰਥੀ, ਮੁੱਖ ਮੈਂਬਰ ਸਾਹਿਬਾਨ ਜੀ ਦਾ, ਪਰਿਵਾਰ ਜਿਨ੍ਹਾਂ ਨੇ ਰਲ ਮਿਲ ਕੇ ਇਹ ਸਾਰਾ ਖੇਲ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਿਲੇ ਗਾਉਣ ਦਾ ਸਮਾਂ ਦਿੱਤਾ, ਸਾਰਿਆਂ ਦਾ ਧੰਨਵਾਦ ਹੈ ਜੀ। ਆਪ ਜੀ ਦੇ ਨਾਲ ਬਚਨ ਕਰਦਿਆਂ, ਗੁਰਬਾਣੀ ਗੁਰੂ ਉਚਾਰਨ ਕਰਦਿਆਂ ਅੱਖਰ ਵਾਧੇ ਘਾਟੇ ਹੋ ਜਾਂਦੇ ਆ। ਸੰਗਤ ਅਤੇ ਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।